ਮਹਿ ਅੰਮ੍ਰਿਤ ਗਿਆਨ ਹੈ। ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਸ੍ਰੀ ਸਤਿਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਗ ਧਾਰ। ਦੋਹਰਾ ਸ੍ਰੀ ਗੁਰ ਪਗ ਸਾਗਰ ਆਨੰਦ ਮਨ ਨਿਜ ਜਮੀਨ ਬਣਾਓ। ਕਹੋ ਕਥਾ ਪਾਵਨ ਪਰਮ ਸੁਨ ਸਰੋਤਾ ਸੁਖ ਪਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਗੁਰ ਪਗ ਸਾਗਰ ਆਨੰਦ। ਸ੍ਰੀ ਨਾਨਕ ਪ੍ਰਕਾਸ਼ ਗ੍ਰੰਥ ਅਧਿਆਏ 72 ਚੈਪਟਰ 72 ਮੰਗਲ ਜੋ ਕਵੀ ਸੰਤੋਖ ਸਿੰਘ ਜੀ ਨੇ ਉਚਾਰਨ ਕੀਤਾ ਹੈ। ਇਸ ਅਧਿਆਏ ਦੇ ਸ਼ੁਰੂ ਤੋਂ ਸ੍ਰੀ ਗੁਰ ਪਗ ਸਾਗਰ ਆਨੰਦ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੋ ਮਾਇਆ ਦੇ ਪਤੀ ਹਨ, ਪਰਮੇਸ਼ਰ ਰੂਪ, ਉਹਨਾਂ ਦੇ ਜੋ ਚਰਨ ਹਨ ਉਹ ਇੱਕ ਸਾਗਰ ਹੈ, ਇੱਕ ਸੀ ਹੈ, ਇੱਕ ਓਸ਼ਨ ਹੈ। ਬਲਿਸ ਦੇ ਆਨੰਦ ਦੇ ਉਹ ਓਸ਼ਨ ਹਨ, ਸਾਗਰ ਹਨ। ਮਨ ਨੇ ਜ਼ਮੀਨ ਬਣਾਓ। ਮੈਂ ਆਪਣੇ ਮਨ ਨੂੰ ਉਸ ਸਾਗਰ ਦੀ ਮੱਛੀ ਬਣਾ ਕੇ ਉਸ ਸਾਗਰ ਦੇ ਵਿੱਚ ਤੈਰਨਾ ਕਰਾਂ। ਕਹੋ ਕਥਾ ਪਾਵਨ ਪਰਮ। ਮੈਂ ਆਪਣੇ ਮਨ ਨੂੰ ਉਸ ਸਾਗਰ ਵਿੱਚ ਜੋ ਹੈ ਲੀਨ ਕਰਕੇ ਇਹ ਪਾਵਨ ਸਤਿਗੁਰਾਂ ਦੀ ਕਥਾ ਨੂੰ ਮੈਂ ਕਹਿੰਦਾ ਹਾਂ, ਲਿਖਦਾ ਹਾਂ। ਸੁਨ ਸਰੋਤਾ ਸੁਖ ਪਾਓ। ਜਿਨ੍ਹਾਂ ਨੂੰ ਸੁਣ ਕਰਕੇ ਸਰੋਤਾ ਜਣੋ ਜੋ ਵੀ ਇਸ ਕਥਾ ਨੂੰ ਸੁਣਦੇ ਹਨ ਉਹਨਾਂ ਨੂੰ ਸੁਖ ਮਿਲੇਗਾ ਤੇ ਸੁਖ ਜਿਹੜਾ ਹੈ ਉਹਨਾਂ ਦੀ ਝੋਲੀ ਵਿੱਚ ਪਵੇਗਾ ਜੋ ਗੁਰੂ ਮਹਾਰਾਜ ਦੀ ਕਥਾ ਨੂੰ ਪ੍ਰੇਮ ਨਾਲ ਸੁਣਨਗੇ। ਸ੍ਰੀ ਬਾਲਾ ਸੁੰਦਰ ਵਾਚ ਚੌਪਈ। ਸ੍ਰੀ ਅੰਗਦ ਜੀ ਸੁਨ ਇਤਿਹਾਸਾ। ਭਾਈ ਬਾਲਾ ਜੀ ਜੋ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਖਡੂਰ ਸਾਹਿਬ ਵਿੱਚ ਇਹ ਇਤਿਹਾਸ ਸੁਣਾ ਰਹੇ ਹਨ, ਕਥਾ ਸੁਣਾ ਰਹੇ ਹਨ। ਕਹਿੰਦੇ ਹਨ ਕਿ ਮਹਾਰਾਜ ਸ੍ਰੀ ਗੁਰੂ ਅੰਗਦ ਸਾਹਿਬ ਜੀ ਇਹ ਕਥਾ ਸੁਣੋ ਹੁਣ। ਮਰਦਾਨੇ ਸੋ ਗੁਰੂ ਪ੍ਰਕਾਸ਼ਾ। ਮਰਦਾਨੇ ਜੋ ਭਾਈ ਮਰਦਾਨਾ ਜੀ ਸਨ, ਜਿਨ੍ਹਾਂ ਨੂੰ ਸਾਰੀ ਧਰੂ ਦੀ ਜੋ ਕਥਾ ਹੈ, ਜੋ ਉਹਨਾਂ ਦਾ ਜੀਵਨ ਹੈ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸੁਣਾਉਣਾ ਕੀਤਾ। ਤਾਂ ਉਸ ਵੇਲੇ ਭਾਈ ਮਰਦਾਨਾ ਜੀ ਸਾਰੀ ਸਾਖੀ ਜਿਵੇਂ ਪਿਛਲੇ ਅਧਿਆਏ ਵਿੱਚ ਆਪ ਜੀ ਨੇ ਸਰਵਣ ਕੀਤੀ ਹੈ, ਭਾਈ ਮਰਦਾਨੇ ਜੀ ਨੇ ਸੁਣ ਕਰਕੇ ਫਿਰ ਕਹਿਣ ਲਗੇ ਪੁਨ ਦੀਨ ਦਿਆਲਾ। ਭਾਈ ਮਰਦਾਨੇ ਨੇ ਬੇਨਤੀ ਕੀਤੀ, ਹੇ ਦੀਨਾਂ ਦੇ ਦਇਆ ਦੇ ਘਰ ਗੁਰੂ ਨਾਨਕ ਸਾਹਿਬ ਜੀ। ਧਰੁਵਪੁਰ ਕੋ ਗਮਨਿਓ ਤਹਿ ਕਾਲਾ। ਧਰੂਪੁਰ ਕਹਿਣ ਲੱਗੇ ਉਸ ਵੇਲੇ ਜਦੋਂ ਭਾਈ ਮਰਦਾਨੇ ਨੇ ਇਹ ਜੋ ਬੇਨਤੀ ਸੀ ਉਹਨੇ ਜੋ ਪਹਿਲਾਂ ਕੀਤੀ ਹੋਈ ਸੀ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਸ ਜੋ ਇਤਿਹਾਸ ਨੂੰ ਹੁਣ ਕੰਟੀਨਿਊ ਕੀਤਾ ਅੱਗੇ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਹਨ ਧਰੁਵਪੁਰ ਗਮਨਿਓ ਤਹਿ ਕਾਲਾ। ਜਦੋਂ ਉਹਨਾਂ ਨੂੰ ਜਿਹੜੇ ਹਨ ਪਰਮੇਸ਼ਰ ਦੇ ਦਰਸ਼ਨ ਹੋ ਗਏ, ਦਰਸ਼ਨ ਕਰਕੇ ਵਰ ਪ੍ਰਾਪਤ ਕਰਕੇ ਧਰੂ ਜੋ ਪਰਮੇਸ਼ਰ ਦਾ ਹੁਕਮ ਮੰਨ ਕਰਕੇ ਵਾਪਸ ਆਪਣੇ ਜੋ ਨਗਰ ਹੈ ਉਸ ਨੂੰ ਵਾਪਸ ਆਇਆ। ਸੁਣਿਓ ਉਤਾਨਪਾਦ ਸੁਤ ਆਵਨ। ਉਹਨਾਂ ਦੇ ਪਿਤਾ ਜੋ ਰਾਜਾ ਉਤਾਨਪਦ ਹੈ ਉਸਨੇ ਜਦੋਂ ਸੁਣਿਆ ਕਿ ਮੇਰਾ ਪੁੱਤਰ ਵਾਪਸ ਆ ਰਿਹਾ ਹੈ, ਅਮਿਤ ਭਇਓ ਮਨ ਮੈਂ ਹਰ ਖਾਵਨ। ਉਹਨਾਂ ਦੇ ਮਨ ਦੇ ਵਿੱਚ ਜਿਹੜਾ ਹੈ ਮਿੰਤੀ ਤੋਂ ਬਾਹਰ ਜਿਹੜਾ ਹੈ ਇੰਨੀ ਉਹਨਾਂ ਨੂੰ ਖੁਸ਼ੀ ਹੋਈ ਜਿਹੜੀ ਮੈਸ਼ਰ ਨਹੀਂ ਕੀਤੀ ਜਾ ਸਕਦੀ। ਜਿਨ ਦੇ ਜਵਰ ਸੁਧ ਆਨ ਸੁਨਾਈ। ਜਿਹੜੇ ਪੰਡਤ ਨੇ ਆ ਕਰਕੇ ਰਾਜੇ ਨੂੰ ਇਹ ਖਬਰ ਦਿੱਤੀ ਕਿ ਤੇਰਾ ਪੁੱਤਰ ਧਰੂ ਵਾਪਸ ਆ ਰਿਹਾ ਹੈ। ਪਟ ਭੂਖਣ ਰਥ ਦੀਨ ਬਣਾਈ। ਕਹਿਣ ਕਹਿਣ ਲੱਗੇ ਰਾਜਾ ਇੰਨਾ ਖੁਸ਼ ਹੋਇਆ ਉਸ ਖਬਰ ਨੂੰ ਸੁਣ ਕਰਕੇ, ਉਸਨੇ ਉਸ ਪੰਡਤ ਨੂੰ ਜਿਹੜੇ ਹਨ ਬਹੁਤ ਕੁਝ ਦਿੱਤਾ, ਉਸਨੂੰ ਕੱਪੜੇ ਦਿੱਤੇ, ਗਹਿਣੇ ਦਿੱਤੇ, ਇੱਥੋਂ ਤੱਕ ਕਿ ਰੱਥ ਜੋ ਚੈਰੀਅਟ ਹੈ ਉਹ ਵੀ ਉਹ ਬ੍ਰਾਹਮਣ ਨੂੰ ਦਿੱਤਾ ਜੋ ਇਹ ਖਬਰ ਲੈ ਕੇ ਆਇਆ ਸੀ। ਤਬ ਪਵਾਲ ਤਹਿ ਲੈ ਕਰ ਸੰਗਾ। ਸੋ ਉਸ ਵੇਲੇ ਰਾਜਾ ਜਿਹੜਾ ਹੈ ਆਪਣੇ ਸਾਰੀਆਂ ਤਿਆਰੀਆਂ ਕਰਕੇ ਧਰੂ ਨੂੰ ਲੈਣ ਵਾਸਤੇ ਤਿਆਰ ਹੋਇਆ। ਗਮਨਿਓ ਆਗੇ ਸਹਿਤ ਉਮੰਗਾ। ਜਿਹੜਾ ਰਾਜਾ ਉਤਾਨਪਦ ਹੈ ਉਹ ਅੱਗੇ ਅੱਗੇ ਚੱਲਦਾ ਹੈ, ਛੱਤੀ ਦੇ ਨਾਲ ਤਿਆਰੀ ਕਰਕੇ ਉਹ ਨਿਕਲਿਆ ਤੇ ਪਿੱਛੇ ਪਿੱਛੇ ਸਾਰੇ ਉਸਦੀ ਜੋ ਸੋਲਜਰ ਸਨ, ਮੰਤਰੀ ਹਨ, ਉਹ ਪਰਿਵਾਰ ਹੈ, ਸਾਰਾ ਪਿੱਛੇ ਪਿੱਛੇ ਆ ਰਿਹਾ ਹੈ। ਦੁੰਦਬ ਬੇਣਾ ਭੇਰ ਬਜਾਈ। ਕਹਿਣ ਲੱਗੇ ਧੌਂਸੇ ਵੱਜਣ ਲੱਗੇ, ਤੂਤੀਆਂ ਵੱਜਣ ਲੱਗੀਆਂ, ਭੇਰੀਆਂ ਜਿਹੜੀਆਂ ਹਨ ਉਹ ਵਜਾਈਆਂ ਗਈਆਂ। ਜਿਵੇਂ ਕੋਈ ਰਾਜਾ ਵਾਪਸ ਆ ਰਿਹਾ ਹੁੰਦਾ ਹੈ ਉਹ ਸਤਿਕਾਰ ਕੀਤਾ ਧਰੂ ਦਾ। ਵੇਦ ਪਾਠ ਦਿਜ ਕਰਤ ਸੁਹਾਈ। ਦੇਖੋ ਫਿਰ ਵੇਦਾਂ ਦੇ ਪਾਠ ਸ਼ੁਰੂ ਕਰਾ ਦਿੱਤੇ। ਉੱਥੇ ਵੇਦਾਂ ਦੇ ਪਾਠ ਵੀ ਹੋ ਰਹੇ ਹਨ ਜੋ ਬਹੁਤ ਸੋਭਾ ਪਾ ਰਹੇ ਹਨ। ਸਰੁਚ ਸੁਨੀਤੀ ਯੋਗ ਰਿੰਪਨਾਰੀ। ਦੇਖੋ ਜਿਹੜੀ ਸਰੂਚੀ ਸੀਗੀ ਧਰੂ ਦੀ ਮਤਰੇਈ ਮਾਂ ਤੇ ਉਹਨਾਂ ਦੀ ਆਪਣੀ ਮਾਂ ਸੁਨੀਤਾ,
ਕਹਿੰਦੇ ਇਹ ਦੋਨੋਂ ਤੇ ਨਿਰਪ ਨਾਰੀ ਜਿੰਨੇ ਵੀ ਰਾਜੇ ਦੇ ਘਰ ਦੇ ਵਿੱਚ ਜਿੰਨੀਆਂ ਇਸਤਰੀਆਂ ਸਨ ਉਹ ਸਾਰੀਆਂ ਸਿਵਕਾ ਪਰ ਚੜ ਚਲੀ ਅਗਾਰੀ ਸਾਰੀਆਂ ਪਾਲਕੀ ਤੇ ਚੜ ਕਰਕੇ ਅੱਗੇ ਧਰੂ ਨੂੰ ਲੈਣ ਵਾਸਤੇ ਚੱਲੇ ਹਨ ਉਤਸ਼ਾਹ ਦੇ ਨਾਲ। ਨਿਰਪਸੁਤ ਉੱਤਮ ਲੋਕ ਵਿਸਾਲਾ ਜੋ ਉਹ ਸੁਰੁਚੀ ਦਾ ਪੁੱਤਰ ਸੀ, ਜੋ ਧਰੂ ਦਾ ਜੋ ਸਟੈਪ ਬ੍ਰਦਰ ਸੀਗਾ, ਉਹ ਵੀ ਜਿਹੜਾ ਹੈ ਉਸਨੂੰ ਜਦੋਂ ਪਤਾ ਲੱਗਿਆ ਕਿ ਉਹਦਾ ਵੱਡਾ ਭਰਾਤਾ ਵਾਪਸ ਆ ਰਿਹਾ ਹੈ ਤਾਂ ਉਹਨੇ ਵੀ ਤਿਆਰੀ ਕੀਤੀ। ਤਿਆਰੀ ਕਰਕੇ ਤੇ ਉਹ ਵੀ ਅੱਗੇ ਲੈਣ ਵਾਸਤੇ ਉਹਨੇ ਵੀ ਜਾਣਾ ਕੀਤਾ। ਗਏ ਲੈਨ ਹਿਤ ਸਭ ਤਤਕਾਲਾ ਕਹਿਣ ਲੱਗੇ ਇਸ ਕਰਕੇ ਲੋਕ ਵਿਸਾਲਾ ਬੜੇ ਸਾਰੇ ਲੋਕ ਵੀ ਉਹਨਾਂ ਦੇ ਨਾਲ ਸਨ। ਗਏ ਲੈਣ ਬੜੇ ਉਤਸ਼ਾਹ ਦੇ ਨਾਲ ਜੋ ਹੈ ਧਰੂ ਨੂੰ ਲੈਣ ਵਾਸਤੇ ਤਤਕਾਲ ਉਸੇ ਵੇਲੇ ਇਮੀਡੀਏਟਲੀ ਉਹਨਾਂ ਨੇ ਚੱਲਣਾ ਕੀਤਾ। ਵਿਖਿਓ ਉਤਾਨ ਪਾਦ ਸੁਤ ਬਦਨਾ ਜਦੋਂ ਉਤਾਨ ਪਦ ਨੇ ਦੂਰੋਂ ਦੇਖਿਆ ਧਰੂ ਤੁਰਦਾ ਆ ਰਿਹਾ ਹੈ ਵਾਪਸ ਤੇ ਉਹਨੂੰ ਆਉਂਦਿਆਂ ਦੇਖਿਆ ਰਾਜਾ ਉਤਾਨ ਪਦ ਨੇ ਕਮਲ ਪ੍ਰਫੁੱਲਤ ਜਿਉ ਸੁਖ ਸਦਨਾ ਜਿਵੇਂ ਕਹਿੰਦੇ ਕਵਲ ਫੁੱਲ ਜਿਹੜਾ ਹੈ ਸੂਰਜ ਵੱਲ ਦੇਖ ਕੇ ਖਿੜ ਜਾਂਦਾ ਹੈ, ਇਉਂ ਇੰਨਾ ਉਹਨੂੰ ਸੁੱਖ ਮਿਲਿਆ, ਮਾਨੋ ਸੁੱਖਾਂ ਦਾ ਘਰ ਹੀ ਉਹਨੂੰ ਪ੍ਰਾਪਤ ਹੋ ਗਿਆ ਤੇ ਉਤਾਨ ਪਦ ਦੀ ਖੁਸ਼ੀ ਦੀ ਕੋਈ ਜਿਹੜੀ ਹੈ ਅੰਤ ਨਹੀਂ ਰਿਹਾ। ਤੇ ਛਿਨ ਰਥ ਤੇ ਉਤਰ ਤੁਰੰਤਾ ਤੇ ਉਤਾਨ ਪਦ ਨੇ ਉਸੇ ਵੇਲੇ ਆਪਣੇ ਰੱਥ ਚੈਰੀਅਟ ਤੋਂ ਉੱਤਰ ਕਰਕੇ ਥੱਲੇ ਆ ਗਿਆ ਤੇ ਕਦਮਾਂ ਤੇ ਪੈਰੀ ਚੱਲਣ ਲੱਗ ਪਿਆ। ਬੰਦਤ ਗਰ ਲਾਇਓ ਮਤਵੰਤਾ ਜਾ ਕਰਕੇ ਨੇੜੇ ਜਦੋਂ ਗਿਆ ਰਾਜਾ ਉਤਾਨ ਪਦ ਬੰਦਤ ਕਹਿਣ ਲੱਗੇ ਉਸ ਵੇਲੇ ਧਰੂ ਨੇ ਜਿਹੜਾ ਹੈ ਆਪਣਾ ਪਿਤਾ ਜਾਣ ਕੇ ਜਿਹੜਾ ਹੈ ਮੱਥਾ ਟੇਕਿਆ ਤੇ ਉਤਾਨ ਪਦ ਨੇ ਚੁੱਕ ਕੇ ਆਪਣੇ ਗਲਵਖੜੀ ਵਿੱਚ ਲੈ ਲਿਆ। ਬਿਹਬਲ ਹੋਏ ਉਤਕੰਠਾ ਭੂਰੀ ਕਹਿਣ ਲੱਗੇ ਇੰਨੀ ਖੁਸ਼ੀ ਹੋਈ ਉਤਾਨ ਪਦ ਨੂੰ ਕਿ ਉਹ ਤੋਂ ਬੋਲਿਆ ਨਹੀਂ ਜਾਂਦਾ। ਗਦ ਗਦ ਹੋ ਗਈ ਬਾਣੀ, ਗਲੇ ਵਿੱਚ ਰੁਕ ਗਈ। ਕੀਨ ਅਲਿੰਗਨ ਗੁਰ ਰਹਿ ਪੂਰੀ ਕਿ ਕਹਿੰਦੇ ਫਿਰ ਜਿਹੜਾ ਹੈ ਕੀਨ ਅਲੰਗਣ ਜੱਫੀ ਜਿਹੜੀ ਹੈ ਬੜੀ ਘੁੱਟ ਕੇ ਪਾਉਂਦਾ ਹੈ ਤੇ ਮੁੜ ਮੁੜ ਕੇ ਉਸਨੂੰ ਜਿਹੜਾ ਹੈ ਆਪਣੇ ਗਲਵਖੜੀ ਵਿੱਚ ਲੈਂਦਾ ਹੈ। ਮਸਤਕ ਚੁੰਮਤ ਕਹਿ ਕੋ ਫੇਰਤ ਦੇਖੋ ਉਹਦਾ ਜਿਹੜਾ ਹੈ ਧਰੂ ਨੂੰ ਜਿਹੜਾ ਹੈ ਧਰੂ ਦਾ ਮੱਥਾ ਚੁੰਮਦਾ ਹੈ ਤੇ ਉਹਦੇ ਸੀਸ ਤੇ ਹੱਥ ਰੱਖਦਾ ਹੈ। ਰੋਚਨ ਤੇ ਆਸਨ ਕੋ ਗੇਰਤ ਤੇ ਉਤਾਨ ਪਦ ਨੂੰ ਉਸ ਵੇਲੇ ਵਿਰਾਗ ਆ ਗਿਆ। ਉਤਾਨ ਪਦ ਰੋਣ ਲੱਗ ਪਿਆ ਉਸ ਵੇਲੇ। 300 ਸੁਤ ਕੋ ਮਨ ਹੋ ਨਵਾਨਾ ਕਹਿਣ ਲੱਗੇ ਇੰਨਾ ਰੋਇਆ ਰਾਜਾ ਉਤਾਨ ਪਦ ਕਿ ਮਾਨੋ ਉਹਨੇ ਧਰੂ ਨੂੰ ਨਵਾ ਦਿੱਤਾ। ਇੰਨਾ ਉਹਦੇ ਅੱਖਾਂ ਵਿੱਚੋਂ ਅਥਰੂ ਆਏ ਕਿ ਮਾਨੋ ਜਿਹੜਾ ਹਨ ਧਰੂ ਦੇ ਸਾਰੇ ਕੱਪੜੇ ਭਿਉਂ ਦਿੱਤੇ। ਮਧੁਰ ਬਚਨ ਕਹਿ ਬਹੁ ਸਨਮਾਨਾ ਬੜੇ ਮਿੱਠੇ ਬਚਨ ਕਰਕੇ ਧਰੂ ਦਾ ਸਨਮਾਨ ਰੈਸਪੈਕਟ ਕੀਤਾ। ਹੁਣ ਦੋ ਮਾਤ ਮਿਲੀ ਤੇ ਆਈ ਫਿਰ ਇਹ ਦੋਨੋਂ ਮਾਤਾ ਜਿਹੜੀ ਸਰੂਚੀ ਤੇ ਸੁਨੀਤਾ ਜਿਹੜੀ ਹੈ ਧਰੂ ਨੂੰ ਆ ਕੇ ਮਿਲਦੀਆਂ ਹਨ। ਧਰੁਵ ਬੰਧਨ ਕੀਨੇ ਸਰਨਿਆਈ ਤੇ ਧਰੂ ਨੇ ਦੋਨੇ ਮਾਤਾਵਾਂ ਨੂੰ ਵਾਰੀ-ਵਾਰੀ ਮੱਥਾ ਟੇਕਿਆ। ਚਿਰੰਜੀਵ ਦੇ ਆਸਿਖ ਤਬ ਹੀ ਦੋਨੇ ਮਾਤਾਵਾਂ ਨੇ ਉਹਨਾਂ ਨੂੰ ਵਰ ਦਿੱਤਾ ਕਿ ਚਿਰੰਜੀਵ ਤੂੰ ਹਮੇਸ਼ਾ ਵਾਸਤੇ ਜਿਉਂਦਾ ਰਵੇਂ, ਤੇਰੀ ਲੰਮੀ ਉਮਰ ਹੋਵੇ, ਇਹ ਅਸੀਸਾਂ ਬਖਸ਼ੀਆਂ। ਕਰ ਸੋ ਲਾਏ ਪਾਈ ਸੁਖ ਤਬ ਹੀ ਤੇ ਦੋਨੇ ਮਾਤਾਵਾਂ ਨੇ ਜਿਹੜਾ ਹੈ ਗਲਵਖੜੀ ਵਿੱਚ ਲੈ ਕੇ ਧਰੂ ਨੂੰ ਜਿਹੜਾ ਹੈ ਘੁੱਟ ਕੇ ਜੱਫੀ ਪਾਈ। ਉੱਤਮ ਭਰਾਤ ਮਿਲਿਓ ਤਬ ਗਰ ਸੋ ਫਿਰ ਉਸ ਵੇਲੇ ਉੱਤਮ ਜੋ ਧਰੂ ਦਾ ਛੋਟਾ ਭਰਾ ਸੀਗਾ ਸੁਰੁਚੀ ਦਾ ਪੁੱਤਰ ਉਹ ਵੀ ਆ ਕੇ ਮਿਲਿਆ ਤੇ ਉਸਨੇ ਵੀ ਜਿਹੜਾ ਹੈ ਉਸਨੂੰ ਧਰੂ ਨੇ ਗਲ ਨਾਲ ਲਾਇਆ। ਪ੍ਰੇਮ ਵਿਸਾਲ ਭਰਿਓ ਸਭ ਉਰਸੋ ਕਹਿਣ ਲੱਗੇ ਪ੍ਰੇਮ ਬਹੁਤ ਸਾਰਾ ਪਿਆਰ ਸਾਰੇ ਦੇ ਮਨਾਂ ਵਿੱਚ ਆਇਆ। ਇੰਨਾ ਪ੍ਰੇਮ ਕਿ ਸੱਚਾ ਪ੍ਰੇਮ ਆਇਆ ਅੱਜ ਆਪਣਾ ਜਾਣ ਕੇ। ਕਰਨੀ ਪਰ ਚੜਾਏ ਸੁਤ ਦੋਈ ਕਰਨੀ ਕਹਿਣ ਲੱਗੇ ਉਸ ਵੇਲੇ ਉੱਤਮ ਨੂੰ ਤੇ ਧਰੂ ਜੀ ਨੂੰ ਜਿਹੜਾ ਹੈ ਹਾਥੀ ਤੇ ਚੜਾਇਆ ਕਿਉਂਕਿ ਰਾਜੇ ਦੇ ਪੁੱਤਰ ਸਨ। ਪੁਰ ਆਇਓ ਅਤ ਉਤਸਵ ਹੋਈ ਤੇ ਜਦੋਂ ਉਹ ਪੁਰ ਨੂੰ ਵਾਪਸ ਆਪਣੇ ਸ਼ਹਿਰ ਨੂੰ ਆਏ ਤਾਂ ਉੱਥੇ ਬੜਾ ਸੈਲੀਬ੍ਰੇਸ਼ਨ ਹੋਇਆ। ਇਹ ਵੱਡਾ ਇਵੈਂਟ ਹੋਇਆ ਜੀ ਉੱਥੇ। ਭੂਪਤ ਪਠ ਨਰ ਉਚਰੇ ਬਚਨਾ ਭੂਪਤ ਪਠ ਨਰ ਕਹਿਣ ਲੱਗੇ ਭੂਪਤ ਨੇ ਜਿਹੜਾ ਰਾਜਾ ਸੀ ਉਤਾਨ ਪਦ ਉਹਨੇ ਸਾਰੇ ਕਿਤੇ ਹੁਕਮ ਦੇ ਦਿੱਤਾ ਕਿ ਸਾਰਾ ਸ਼ਹਿਰ ਹੀ ਸਜਾਇਆ ਜਾਵੇ, ਸਾਰਾ ਸ਼ਹਿਰ ਡੈਕੋਰੇਟ ਕੀਤਾ ਜਾਵੇ ਵੀ ਅੱਜ ਮੇਰਾ ਪੁੱਤਰ ਵਾਪਸ ਆ ਰਿਹਾ ਹੈ, ਇਹ ਗੱਦੀ ਦਾ ਮਾਲਕ ਅੱਜ ਆ ਰਿਹਾ ਹੈ। ਦਰ ਦਰ ਪ੍ਰਤ ਕੀਜੈ ਸੁਠ ਰਚਨਾ ਦੇਖੋ ਦਰ ਦਰ ਹਰ ਇੱਕ ਦਰਵਾਜ਼ਾ ਉਹ ਸ਼ਹਿਰ ਦਾ, ਭਾਵੇਂ ਉਹ ਦੁਕਾਨ ਸੀ ਭਾਵੇਂ ਉਹ ਘਰ ਸੀਗਾ, ਹਰ ਇੱਕ ਦਰਵਾਜ਼ਾ ਜਿਹੜਾ ਹੈ ਹਰ ਇੱਕ ਕੰਧ ਨੂੰ ਸਜਾਇਆ ਗਿਆ, ਡੈਕੋਰੇਟ ਕੀਤਾ ਗਿਆ ਸੋਹਣੇ ਸੋਹਣੇ ਫੁੱਲਾਂ ਦੇ ਨਾਲ। ਸਭ ਹਿਨ ਕਦਲੀ ਖੰਭ ਲਗਾਏ ਦੇਖੋ ਕੇਲੇ ਦੇ ਖੰਭ ਜਿਹੜੇ ਹੁੰਦੇ ਨੇ
ਕੇਲੇ ਦਾ ਜਿਹੜਾ ਦਰਖਤ ਹੁੰਦਾ ਉਹਨੂੰ ਕੱਟ ਕੇ ਦਰਵਾਜ਼ੇ ਨਾਲ ਲਾਇਆ ਜਾਂਦਾ ਹੈ। ਸੋ ਉਹ ਪੁਰਾਣੀ ਰੀਤੀ ਹੈ ਖੁਸ਼ੀ ਨੂੰ ਜਿਹੜਾ ਪ੍ਰਗਟ ਕਰਨ ਵਾਸਤੇ ਵੀ ਬਹੁਤ ਖੁਸ਼ੀ ਹੈ। ਸੋ ਉਸ ਦੇ ਨਾਲ ਜਿਹੜਾ ਹੈ ਸ਼ਹਿਰ ਨੂੰ ਫੁੱਲਾਂ ਦੇ ਨਾਲ ਸਜਾਇਆ। ਨਾਲੇ ਜਿਹੜੇ ਹਨ ਇਹ ਜਿਹੜੇ ਹਨ ਰੀਤੀ ਅਨੁਸਾਰ ਜਿਹੜੇ ਕੇਲਾ ਜਾਂ ਬਾਨਾਨਾ ਟਰੀ ਹੈ ਇਹ ਟੰਗਣਾ ਕੀਤੇ ਜੀ ਦਰਬਾਰਾਂ ਤੇ। ਮੁਕਤਾ ਤੋਰਨ ਦਰ ਬੰਦਵਾਏ। ਦੇਖੋ ਮੋਤੀਆਂ ਦੀਆਂ ਜਿਹੜੀਆਂ ਹਨ ਮਾਲਾਂ ਜਿਹੜੀਆਂ ਹਨ ਉਹ ਜਿਹੜੀਆਂ ਹਨ ਦਰਵਾਜ਼ੇ ਤੇ ਲਾਈਆਂ ਗਈਆਂ। ਹਰ ਇੱਕ ਦਰਵਾਜ਼ੇ ਨੂੰ ਮੋਤੀਆਂ ਦੀਆਂ ਮਾਲਾਂ ਨਾਲ ਸਜਾਇਆ ਗਿਆ। ਕੁੰਕਮ ਲੀਪ ਕੁੰਭ ਭਰ ਪਾਣੀ। ਦੇਖੋ ਜਿਹੜਾ ਕੇਸਰ ਹੈ ਕੇਸਰ ਦਾ ਲੀਪ ਤੇ ਕੁੰਭ ਜੋ ਕਿ ਜਿਹੜਾ ਕੁੰਭ ਜਿਹੜਾ ਹੈ ਉਹਨੂੰ ਕੁੰਭ ਵਿੱਚ ਪਾ ਕੇ ਸੋ ਇਹ ਕੇਸਰ ਨੂੰ ਗ੍ਰਾਈਂਡ ਕਰਕੇ ਇਹਨੂੰ ਪਾਣੀ ਵਿੱਚ ਮਿਲਾ ਕੇ ਉਹ ਜਿਹੜਾ ਪਾਣੀ ਸੀਗਾ ਉਹ ਸਾਰਾ ਸੜਕਾਂ ਤੇ ਪਾਇਆ ਵੀ ਸੜਕਾਂ ਤੋਂ ਵੀ ਵਾਸ਼ਨਾ ਆਵੇ, ਫ੍ਰੈਗਨੈਂਸ ਆਵੇ ਵੀ ਸਾਰਾ ਸ਼ਹਿਰ ਹੀ ਜਗਮਗ ਹੋਵੇ। ਚੰਦਨ ਗੰਧ ਗਰੀ ਛਰਕਾਨੀ। ਦੇਖੋ ਜਿਹੜਾ ਚੰਦਨ ਹੈ ਸੈਂਡਲਵੁੱਡ ਹੈ ਉਸ ਨੂੰ ਗ੍ਰਾਈਂਡ ਕਰਕੇ ਗਲੀਆਂ ਦੇ ਵਿੱਚ ਜਿੰਨੇ ਵੀ ਘਰ ਸਨ ਉਹਨਾਂ ਦੀਆਂ ਕੰਧਾਂ ਤੇ ਲੇਪਣ ਕੀਤਾ ਗਿਆ। ਜਿਹੜੀਆਂ ਸੜਕ ਦੇ ਜਿਹੜੇ ਸ਼ੋਲਡਰ ਸਨ ਉਹਦੇ ਉੱਤੇ ਲਾਇਆ ਗਿਆ ਜੀ। ਕੰਚਨ ਥਾਰ ਬਾਰ ਵਿੱਚ ਦੀਪਾ। ਦੇਖੋ ਫਿਰ ਜਦੋਂ ਦਰਵਾਜ਼ਾ ਆਇਆ ਜਿੱਥੇ ਇਹ ਪੈਲਸ ਹੈ, ਪੈਲਸ ਦਾ ਮੇਨ ਗੇਟ ਹੈ, ਸੋ ਜੋ ਉੱਥੇ ਦੀ ਲੰਘਣ ਲੰਗੇ ਤਾਂ ਕੰਚਨ ਥਾਰ ਜਿਹੜੇ ਹਨ ਸੋਨੇ ਦੇ ਥਾਲਾਂ ਦੇ ਉੱਤੇ ਦੀਵੇ ਜਗਾਏ ਗਏ। ਜੋ ਦੀਵੇ ਜਿਹੜੇ ਹਨ ਉਹ ਵੀ ਸੋਨੇ ਦੇ ਬਣੇ ਹੋਏ ਦੀਵੇ ਹਨ। ਦੁਆਰ ਦਿਖਾਏ ਖਰੀ ਅਵਨੀਪਾ। ਦੁਆਰ ਦਿਖਾਏ ਉੱਥੇ ਉਹ ਖੜੀਆਂ ਹਨ ਜਿਹੜੀਆਂ ਇਸਤਰੀਆਂ ਹਨ ਜਿਹੜੀ ਹਨ ਧਰੂ ਦੀ ਪੂਜਾ ਕਰਨ ਵਾਸਤੇ, ਧਰੂ ਦੀ ਪੂਜਾ ਧਰੂ ਦਾ ਸਵਾਗਤ ਕਰਨ ਵਾਸਤੇ ਉਹ ਦੀਵੇ ਲੈ ਕੇ ਖੜੀਆਂ ਹਨ ਥਾਲ ਵਿੱਚ ਵੀ ਆਏਗਾ ਇਹਦੀ ਆਰਤੀ ਉਤਾਰਨੀ ਹੈ। ਗਾਵਹਿ ਗੀਤ ਮਿਲੀ ਪਿਕ ਬੈਨੀ। ਇਕੱਠੀਆਂ ਹੋ ਕੇ ਸਾਰੇ ਇਸਤਰੀਆਂ ਨੇ ਉੱਥੇ ਗੀਤ ਗਾਏ ਖੁਸ਼ੀ ਦੇ ਜੋ ਕਿ ਉਹਨਾਂ ਦੀ ਜਿਹੜੀ ਆਵਾਜ਼ ਹੈ ਕਹਿੰਦੇ ਜਿਵੇਂ ਕੋਇਲ ਹੁੰਦੀ ਹੈ ਉਹ ਮਿੱਠੀ ਆਵਾਜ਼ ਵਿੱਚ ਗਾਉਣਾ ਕੀਤਾ। ਭਾਂਤ ਭਾਂਤ ਕੇ ਖੰਜਨ ਨੈਣੀ। ਕਹਿਣ ਲੱਗੇ ਭਾਂਤ ਭਾਂਤ ਉਹਨਾਂ ਦੇ ਨੇਤਰ ਬੜੇ ਸੁੰਦਰ ਹਨ। ਨੇਤਰਾਂ ਦੀ ਨਿਗਾਹ ਐਸੀ ਹੈ ਜਿਵੇਂ ਖੰਜਨ ਜਿਵੇਂ ਕੋਈ ਤਲਵਾਰ ਦਾ ਵਾਰ ਕਰਦਾ ਹੁੰਦਾ ਹੈ ਵੀ ਜਿਹਦੇ ਵੱਲ ਦੇਖ ਲੈਂਦੀ ਹੈ ਉਹ ਦੇਖਦਾ ਹੀ ਰਹਿ ਜਾਂਦੇ ਹਨ। ਸੁਨਤ ਉਤਾਨ ਪਦ ਗ੍ਰਹਿ ਗਵਨਾ। ਸੋ ਇਹ ਸੁਣ ਕਰਕੇ ਜਿਹੜਾ ਹੈ ਸਾਰਾ ਜਿਹੜਾ ਜਸ਼ਨ ਹੋਇਆ ਇਹ ਸੈਲੀਬ੍ਰੇਸ਼ਨ ਹੋਇਆ। ਸੋ ਇਹ ਸਾਰਾ ਕਰਕੇ ਉਤਾਨ ਪਦ ਗ੍ਰਹਿ ਗਵਨਾ ਉਤਾਨ ਪਦ ਜਿਹੜਾ ਆਪਣੇ ਪੈਲਸ ਵਿੱਚ ਆ ਗਿਆ ਜੀ ਸਾਰਿਆਂ ਨੂੰ ਨਾਲ ਲੈ ਕੇ। ਕੰਚਨ ਮਨ ਜਟਤੀ ਜਹ ਰਵਣਾ। ਦੇਖੋ ਉਹ ਜਿਹੜਾ ਪੈਲਸ ਹੈ ਉਹ ਵੀ ਸਜਾਇਆ ਗਿਆ ਜਿਹਦੇ ਵਿੱਚ ਸੋਨਾ ਦਾ ਲਿਪਣ ਹੋਇਆ ਹੈ। ਉਹਦੇ ਵਿੱਚ ਮਣੀਆਂ ਜਿਹੜੀਆਂ ਹਨ ਮਣੀਆਂ ਡਾਇਮੰਡਸ ਲੱਗੇ ਹੋਏ ਹਨ ਜਿਹੜੇ ਜੜੇ ਹੋਏ ਹਨ ਸਾਰੇ ਪਾਸੇ ਕੰਧਾਂ ਤੇ। ਅਟਾ ਫਟਕ ਕੀ ਹਾਟਕ ਕਲਸਾ। ਦੇਖੋ ਅਟਾ ਫਟਕ ਕੀ ਬਿਲੌਰ ਜਿਹੜੇ ਹਨ ਸ਼ੀਸ਼ਿਆਂ ਦੇ ਬਣੇ ਹੋਏ ਗਲਾਸ ਦੇ ਬਣੇ ਹੋਏ ਅਟਾਰੀਆਂ ਨੇ। ਉੱਚੀਆਂ ਉੱਚੀਆਂ ਅਟਾਰੀਆਂ ਬਣੀਆਂ ਹੋਈਆਂ ਨੇ ਜਿਨ੍ਹਾਂ ਦੇ ਪਿਨਿਕਲਸ ਜਿਹੜੇ ਹਨ ਜਾਂ ਫੀਨੀਅਲ ਕਹਿ ਲਈਏ ਜਿਹੜਾ ਟਿਪ ਹੁੰਦਾ ਹੈ ਉਹ ਸੋਨੇ ਦਾ ਬਣਿਆ ਹੋਇਆ ਹੈ। ਮਤਲਬ ਡੋਮ ਸੋਨੇ ਦੇ ਹਨ ਜਿਹੜੇ ਉੱਤੇ ਹਨ ਸਾਰੇ। ਵਿੱਚ ਬਿਤਾਲ ਤਨਿਓ ਤਹ ਭਲਸਾ। ਤੇ ਉਹਦੇ ਵਿਚਾਲੇ ਹੁਣ ਡੋਮ ਦੇ ਐਗਜ਼ੈਕਟਲੀ ਥੱਲੇ ਇੱਕ ਚੰਦੋਆ ਇੱਕ ਜਿਹੜਾ ਕੈਨੋਪੀ ਤਾਣਿਆ ਹੋਇਆ ਜਿਹੜਾ ਬੜਾ ਸੁੰਦਰ ਹੈ। ਤੇ ਹੇਠਾਂ ਬੈਠ ਤਬੈ ਭੂਪਾਲਾ। ਕਹਿਣ ਲੱਗੇ ਉਤਾਨ ਪਦ ਆ ਕੇ ਆਪਣੇ ਸਿੰਘਾਸਨ ਤੇ ਉੱਥੇ ਬੈਠ ਗਿਆ ਜੀ। ਉਹ ਆਪਣੇ ਜਿਹੜਾ ਹਨ ਥਰੋਨ ਤੇ ਬੈਠਾ। ਸਤਹਿ ਬਿਲੋਕਿਓ ਸੁਮਤ ਵਿਸਾਲਾ। ਉਹਨੇ ਆਪਣੇ ਪੁੱਤਰ ਨੂੰ ਦੇਖਿਆ ਕਿ ਮੇਰਾ ਪੁੱਤਰ ਧਰੂ ਹੁਣ ਸਿਆਣਾ ਹੋ ਗਿਆ, ਇਹ ਬਹੁਤ ਸਿਆਣਾ ਹੋ ਗਿਆ ਤੇ ਇਹਨੇ ਬੜੀ ਭਗਤੀ ਵੀ ਕੀਤੀ ਹੈ। ਕਰ ਉਤਸਾਹ ਦੀਨ ਸਭ ਰਾਜੂ। ਉਹਨੇ ਉਤਸ਼ਾਹ ਵਿੱਚ ਆ ਕੇ ਰਾਜਾ ਉਤਾਨ ਪਦ ਨੇ ਉਸੇ ਵੇਲੇ ਜਿਹੜਾ ਹੈ ਧਰੂ ਨੂੰ ਧਰੂ ਦਾ ਅਭਿਸ਼ੇਕ ਕੀਤਾ, ਜੋ ਜਿਹੜਾ ਹੈ ਕੋਰੋਨੇਸ਼ਨ ਕੀਤਾ ਤੇ ਉਹਨੂੰ ਲਿਆ ਕੇ ਜਿਹੜਾ ਆਪਣੀ ਗੱਦੀ ਤੇ ਬਿਠਾ ਦਿੱਤਾ। ਜਿਹੜਾ ਬਿਠਾ ਕੇ ਗੱਦੀ ਤੇ ਉਹਨੂੰ ਰਾਜਾ ਜਿਹੜਾ ਹੈ ਅਨਾਉਂਸ ਕਰਤਾ ਵੀ ਇਹ ਅੱਜ ਤੋਂ ਰਾਜਾ ਹੋਵੇਗਾ। ਪ੍ਰਜਾ ਮਿਲਾਈ ਸਰਬ ਸਮਾਜੂ। ਕਿ ਪ੍ਰਜਾ ਮਿਲਾਈ ਸਾਰੀ ਪ੍ਰਜਾ ਨੂੰ ਇਹ ਹੁਕਮ ਕਰਤਾ ਕਿ ਅੱਜ ਤੋਂ ਬਾਅਦ ਧਰੂ ਤੁਹਾਡਾ ਰਾਜਾ ਹੈ। ਆਪਣੀ ਬੈਸ ਬਿਦਰ ਕੋ ਦੇਖੀ। ਕਿ ਜਿਹੜਾ ਬਿਦਰ ਹਾਂਜੀ ਸੋ ਆਪਣੀ ਜਿਹੜਾ ਬਿਰਧ ਸੋ ਆਪਣੀ ਬੈਸ ਬਿਰਧ ਕੋ ਦੇਖੀ। ਉਹਨੇ ਦੇਖੀ ਉਹ ਰਾਜਾ ਉਤਾਨ ਪਦ ਨੇ ਕਿ ਮੇਰੀ ਉਮਰ ਬੁੱਢੀ ਹੋ ਗਈ ਹੈ, ਮੈਂ ਬੁੱਢਾ ਹੋ ਗਿਆ ਹਾਂ। ਗਮਨਿਓ ਤਪ ਹਿਤ ਬਨ ਹੈ ਬਿਸੇਖੀ। ਕਿ ਗਮਨਿਓ ਉਸ ਵੇਲੇ ਜਿਹੜਾ ਹੈ ਉਸੇ ਵੇਲੇ ਉਤਾਨ ਪਦ ਨੇ ਤਿਆਰੀ ਕਰਕੇ ਆਪ ਭਗਤੀ ਕਰਨ ਵਾਸਤੇ ਚਲਿਆ ਗਿਆ ਜੀ ਜੰਗਲ ਨੂੰ। ਆਪਣੇ ਘਰ ਤੋਂ ਨਿਕਲ ਗਿਆ ਵੀ ਮੇਰੀ ਉਮਰ ਹੋ ਗਈ ਹੁਣ ਮੈਂ ਭਗਤੀ ਕਰਾਂ ਬਾਕੀ ਦੀ ਉਮਰ ਜਿਹੜੀ ਰਹਿੰਦੀ ਹੈ। ਪਾਛੇ ਰਾਜ ਕਰਨ ਧਰੁਵ ਲਾਗਾ। ਸੋ ਪਾਛੇ ਧਰੂ ਨੇ ਫਿਰ ਰਾਜ ਕੀਤਾ ਜੀ ਆਪਣੇ ਪਿਤਾ ਦੇ ਥਾਂ ਤੇ ਬਹਿ ਕਰਕੇ ਧਰੂ ਨੇ ਰਾਜ ਕਰਨਾ ਸ਼ੁਰੂ ਕੀਤਾ। ਜੋ ਸ੍ਰੀ ਬਿਸ਼ਨ ਭਗਤ ਵੱਡ ਭਾਗਾ। ਜੋ ਬਿਸ਼ਨ ਜੋ ਪਰਮਾਤਮਾ ਦਾ ਵੱਡਾ ਭਗਤ ਹੈ
ਧਰੂ ਜੀ ਨੇ ਬੜੀ ਭਗਤੀ ਕੀਤੀ ਹੈ। ਜੋ ਸਿਸ ਮਾਰ ਪ੍ਰਜਾਪਤ ਆਹੀ। ਦੇਖੋ ਜੋ ਸਿਸੂ ਮਾਰ ਪ੍ਰਜਾਪਤ ਆਹੀ, ਕਹਿੰਦੇ ਸਿਸੂ ਮਾਰ ਇੱਕ ਰਾਜੇ ਦਾ ਨਾਮ ਹੈ ਜੋ ਬਰਮਾ ਵੱਲੋਂ, ਜੋ ਜਿਵੇਂ ਅੱਗੇ ਹੁੰਦਾ ਸੀ ਦਕਸ਼ ਪ੍ਰਜਾਪਤੀ। ਸੋ ਬਰਮਾ ਜਿਹੜਾ ਹੈ ਜਦੋਂ ਦੁਨੀਆ ਨੂੰ ਬਣਾਉਂਦਾ ਹੈ ਉਹ ਇੱਕ ਰਾਜੇ ਨੂੰ ਸਥਾਪਿਤ ਕਰਕੇ ਭੇਜਦਾ ਦੁਨੀਆ ਨੂੰ ਮੈਨੇਜ ਕਰਨ ਵਾਸਤੇ, ਦੁਨੀਆ ਤੇ ਰਾਜ ਕਰਨ ਵਾਸਤੇ। ਸੋ ਦਕਸ਼ ਪ੍ਰਜਾਪਤੀ ਤੋਂ ਬਾਅਦ ਇਹ ਰਾਜਾ ਹੋਇਆ ਜਿਹੜਾ ਸਿਸੂਮਾਰ ਰਾਜਾ ਹੈ। ਇਹ ਸਿਸੂਮਾਰ ਰਾਜਾ ਜਿਹੜਾ ਸੀਗਾ ਇਹਨੂੰ ਬਰਮਾ ਨੇ ਰਾਜਾ ਬਣਾ ਕੇ ਸੰਸਾਰ ਤੇ ਭੇਜਿਆ ਕਿ ਵੀ ਤੂੰ ਮੇਕ ਸ਼ੋਰ ਕਰ ਵੀ ਦੁਨੀਆ ਜਿਹੜੀ ਹੈ ਚੰਗੀ ਤਰ੍ਹਾਂ ਚੱਲਦੀ ਹੈ, ਸਾਰਿਆਂ ਦੀ ਜਿਹੜੀਆਂ ਦੇਖਭਾਲ ਹੁੰਦੀ ਹੈ। ਤੇ ਇਸ ਪ੍ਰਕਾਰ ਕਰਕੇ ਇਹ ਸਿਸੂਮਾਰ ਜਿਹੜਾ ਪ੍ਰਜਾਪਤ ਸੀਗਾ, ਤਾਂ ਇਹਨੂੰ ਪ੍ਰਜਾਪਤ ਕਹਿੰਦੇ ਹਨ। ਉਹ ਦਕਸ਼ ਪ੍ਰਜਾਪਤ ਸੀਗਾ, ਇਹ ਸਿਸੂਮਾਰ ਪ੍ਰਜਾਪਤ ਹੈ। ਭ੍ਰਮੀ ਨਾਮ ਤੇ ਸੁਤਾ ਬਿਆਹੀ। ਉਹਨਾਂ ਦੀ ਇੱਕ ਲੜਕੀ ਸੀਗੀ ਜਿਹਦਾ ਨਾਂ ਸੀ ਭਰਮੀ। ਸੋ ਜਿਹੜਾ ਹੈ ਪ੍ਰਹਿਲਾਦ ਨੇ ਉਹ ਭਰਮੀ ਨਾਲ ਫਿਰ ਵਿਆਹ ਕੀਤਾ ਜੀ, ਸ਼ਾਦੀ ਕੀਤੀ। ਤੇ ਧਰੁਵ ਦਵੈ ਸੁਤ ਉਪਜਾਏ। ਇਹ ਧਰੂ ਦੇ ਅਗਾਂਹ 2 ਪੁੱਤਰ ਹੋਏ, 2 ਸਾਹਿਬਜ਼ਾਦੇ ਇਹਨਾਂ ਦੇ ਹੋਏ, ਪ੍ਰਿੰਸ ਹੋਏ। ਵਤਸਰ ਕਲਪੰਗ ਨਾਮ ਰਖਾਏ। ਉਹਨਾਂ ਦਾ ਨਾਂ ਸੀ ਵਤਸਰ ਪਹਿਲੇ ਦਾ ਤੇ ਦੂਜੇ ਦਾ ਨਾਂ ਸੀ ਕਲਪੰਗ। ਸੋ ਵਤਸਰ ਤੇ ਕਲਪੰਗ ਇਹ 2 ਪੁੱਤਰ ਧਰੂ ਦੇ ਹੋਏ। ਉੱਤਮ ਨਾਮ ਭਰਾ ਤੇ ਇੱਕ ਕਾਲਾ। ਇੱਕ ਸਮੇਂ ਦੀ ਗੱਲ ਹੈ ਕਿ ਇਸ ਦਾ ਜਿਹੜਾ ਛੋਟਾ ਭਰਾ ਸੀ ਨਾ ਉੱਤਮ, ਜਿਹੜਾ ਕਿ ਸਰੂਚੀ ਦਾ ਪੁੱਤਰ ਸੀ, ਇਹਦੀ ਮਤਰੇਈ ਮਾਂ ਦਾ। ਸੋ ਉੱਤਮ ਜਿਹੜਾ ਸੀ ਇੱਕ ਵਾਰ ਮ੍ਰਿਗਿਆ ਹਿੱਤ ਬਨ ਗਇਓ ਵਿਸਾਲਾ। ਉਹ ਸ਼ਿਕਾਰ ਖੇਡਣ ਵਾਸਤੇ ਗਿਆ ਜਿਹੜਾ ਹਨ ਬਨ ਜੰਗਲ ਦੇ ਵਿੱਚ, ਤੇ ਉਹਨੂੰ ਇੱਕ ਮਿਰਗੀ ਮਿਲ ਗਈ। ਸੋ ਇੱਕ ਡੀਅਰ ਉਹਨੂੰ ਮਿਲੀ ਤੇ ਉਹਦੇ ਪਿੱਛੇ ਇਹਨੇ ਜਿਹੜਾ ਆਪਣਾ ਘੋੜਾ ਲਾ ਲਿਆ। ਜੱਛਨ ਸੰਗ ਭਇਓ ਰਣ ਭਾਰੀ। ਕੀ ਹੋਇਆ ਉੱਥੇ ਇਹਨੂੰ ਜੱਛ ਮਿਲ ਪਏ। ਜੱਛ ਜਿਹੜੇ ਹਨ ਇੱਕ ਤਰ੍ਹਾਂ ਦੇ ਜਿਹੜੇ ਹਨ, ਇਹ ਵੀ ਇੱਕ ਤਰ੍ਹਾਂ ਦੇ ਦੇਵਤੇ ਹੁੰਦੇ ਹਨ। ਸੋ ਇਹ ਜਿਹੜੇ ਹਨ ਕੁਬੇਰ ਦੇ ਜਿਹੜੇ ਹਨ ਚੇਲੇ ਹੋਇਆ ਕਰਦੇ ਹਨ। ਸੋ ਇਹਨੂੰ ਜੱਛ ਮਿਲ ਪਏ ਤੇ ਜੱਛਾਂ ਦੇ ਨਾਲ ਇਹਦਾ ਯੁੱਧ ਹੋ ਗਿਆ, ਇਹਦੀ ਲੜਾਈ ਹੋਈ, ਉੱਥੇ ਜੰਗ ਹੋਇਆ। ਲਗੇ ਸ਼ਸਤਰ ਉੱਤਮ ਗਇਓ ਮਾਰੀ। ਤੇ ਕੀ ਹੋਇਆ ਉਸ ਵੇਲੇ ਉੱਤਮ ਨੇ ਵੀ ਜੰਗ ਕੀਤਾ ਤੇ ਉਹਨਾਂ ਨੇ ਜਿਹੜਾ ਹੈ ਜੱਛਾਂ ਨੇ ਕੀ ਕੀਤਾ, ਉੱਤਮ ਨੂੰ ਮਾਰ ਦਿੱਤਾ। ਉੱਤਮ ਦੀ ਮੌਤ ਹੋ ਗਈ। ਹਿਤ ਖੋਜਨ ਗਵਨੀ ਤੇ ਮਾਈ। ਉਸ ਵੇਲੇ ਜਦੋਂ ਸਰੂਚੀ ਨੂੰ ਪਤਾ ਲੱਗਿਆ ਕਿ ਮੇਰਾ ਪੁੱਤਰ ਗਵਾਚ ਗਿਆ ਹੈ, ਵਾਪਸ ਨਹੀਂ ਆਇਆ, ਹੰਟਿੰਗ ਵਾਸਤੇ ਗਿਆ ਸੀਗਾ, ਤਾਂ ਉਸ ਵੇਲੇ ਸਰੂਚੀ ਨੇ ਆਪਣੀ ਵੀ ਫੌਜ ਇਕੱਠੀ ਕਰਕੇ ਉਹ ਜੰਗਲ ਨੂੰ ਜਾਂਦੀ ਹੈ ਆਪਣੇ ਪੁੱਤਰ ਨੂੰ ਲੱਭਣ ਵਾਸਤੇ। ਤੇ ਜਦੋਂ ਜੰਗਲ ਨੂੰ ਜਾਂਦੀ ਹੈ ਉੱਥੇ ਦਾਵਾ ਅਗਨੀ, ਜੋ ਕਿ ਉੱਥੇ ਜਿਹੜੀ ਹਨ ਬਨ ਜਿਹੜੀ ਹੈ ਜੰਗਲ ਨੂੰ ਅੱਗ ਲੱਗ ਜਾਂਦੀ ਹੈ ਤੇ ਉਹ ਅੱਗ ਲੱਗੀ ਦੇ ਵਿੱਚ ਇਹ ਸੜ ਕੇ ਮਰ ਜਾਂਦੀ ਹੈ। ਜਰੀ ਸੋ ਦਾਵਾ ਨਲ ਇੱਕ ਥਾਈ। ਸੋ ਦਾਵਾ ਨਲ ਅਗਨੀ ਦੇ ਵਿੱਚ ਇਹ ਸੜ ਕੇ ਸੁਆਹ ਹੋ ਜਾਂਦੀ ਹੈ, ਸਰੂਚੀ ਵੀ ਮਰ ਜਾਂਦੀ ਹੈ। ਭਰਾਤਾ ਮਿੱਤਰ ਸੁਣੀ ਧਰੁਵ ਕਾਨਾ। ਜਦੋਂ ਇਸ ਤਰ੍ਹਾਂ ਕਰਕੇ ਇਹਨਾਂ ਨੇ ਸੁਣਿਆ ਪ੍ਰਹਿਲਾਦ ਨੇ ਕਿ ਮੇਰਾ ਜਿਹੜਾ ਭਰਾਤਾ, ਮੇਰਾ ਭਰਾ ਜਿਹੜਾ ਹੈ ਉਹ ਜਿਹੜਾ ਹੈ ਉਹ ਮਾਰਿਆ ਗਿਆ, ਤੇ ਉਹਨੂੰ ਮਾਰਨ ਵਾਲੇ ਜੱਛ ਨੇ। ਜਦੋਂ ਐਸੀ ਗੱਲ ਪ੍ਰਹਿਲਾਦ ਨੇ ਸੁਣੀ, ਜਗਿਓ ਰੋਸ ਹਿਰਦੇ ਦੁਖ ਮਾਨਾ। ਉਹਨੂੰ ਰੋਸ ਜਾਗਿਆ, ਉਹ ਬੜਾ ਗੁੱਸੇ ਵਿੱਚ ਆਇਆ ਪ੍ਰਹਿਲਾਦ ਵੀ ਮੇਰੇ ਭਰਾ ਉੱਤਮ ਨੂੰ ਮਾਰਨਾ ਕੀਤਾ ਹੈ। ਜਗ ਵਿਜੇ ਰਥ ਚੜਤ ਸਿਧਾਇਓ। ਸੋ ਇਹ ਧਰੂ ਜਿਹੜਾ ਹੈ ਇਹ ਧਰੂ ਨੂੰ ਗੁੱਸਾ ਚੜਿਆ ਕਿ ਮੇਰਾ ਭਰਾ ਜਿਹੜਾ ਉੱਤਮ ਉਹਨੂੰ ਮਾਰਿਆ ਗਿਆ। ਸੋ ਇਸ ਕਰਕੇ ਜਿਹੜਾ ਧਰੂ ਹੈ ਇਹਨੇ ਕੀ ਕੀਤਾ ਉਸ ਵੇਲੇ, ਉੱਤਰ ਦਿਸ਼ਾ ਵਿਖਿਆ ਚਲ ਆਇਓ। ਇਹ ਉੱਤਰ ਦਿਸ਼ਾ ਵੱਲ ਗਿਆ, ਕਿਉਂਕਿ ਜੱਛ ਜਿਹੜੇ ਹਨ ਇਹ ਉੱਤਰ ਦਿਸ਼ਾ ਵੱਲ ਰਹਿੰਦੇ ਨੇ, ਨਾਰਥ ਵੱਲ। ਸੋ ਕਹਿੰਦੇ ਉੱਤਰ ਦਿਸ਼ਾ ਵੱਲ, ਉੱਤਰ ਦੇ ਡਾਇਰੈਕਸ਼ਨ ਵੱਲ ਜਿਹੜਾ ਧਰੂ ਹੈ ਇਹਨੇ ਜਾਣਾ ਕੀਤਾ। ਅਲਕਾਪੁਰੀ ਸਮੀਪ ਪਿਆਨਾ। ਇਹ ਉਹ ਸ਼ਹਿਰ ਆਇਆ ਜਿਹਦਾ ਨਾਮ ਸੀ ਅਲਕਾਪੁਰੀ। ਅਲਕਾਪੁਰੀ ਦੇ ਨੇੜੇ ਆ ਕਰਕੇ ਇਸਨੇ ਨਿਜ ਮੁਖ ਧਰ ਕਰ ਸੰਖ ਬਜਾਨਾ। ਹੁਣ ਅਲਕਾਪੁਰੀ ਜਿਹੜੀ ਹੈ ਇਹ ਕੁਬੇਰ ਦੀ ਨਗਰੀ ਹੈ। ਕੁਬੇਰ ਜਿਹੜਾ ਹੈ ਇਹ ਮਾਇਆ ਦਾ ਜਿਹੜਾ ਹੈ ਦੇਵਤਾ ਹੈ। ਸੋ ਇਹ ਸਾਰੀ ਵੈਲਥ ਦਾ ਦੇਵਤਾ ਮੰਨਿਆ ਗਿਆ ਕੁਬੇਰ। ਸੋ ਕੁਬੇਰ ਦੇ ਜਿਹੜੇ ਸੇਵਕ ਨੇ ਉਹ ਜੱਛ ਨੇ। ਸੋ ਇਸ ਕਰਕੇ ਇਹ ਜਿਹੜਾ ਹੈ ਅਲਕਾਪੁਰੀ ਵਿੱਚ ਧਰੂ ਆਇਆ, ਜਿੱਥੇ ਇਹ ਜਿਹੜਾ ਹੈ ਆਪਣਾ ਜਿਹੜਾ ਹੈ ਕੁਬੇਰ ਦਾ ਰਾਜ ਸੀਗਾ। ਸੋ ਨਿਜ ਮੁਖ ਧਰ ਕਰ ਸੰਖ ਬਜਾਣਾ। ਉਹ ਉੱਥੇ ਜਾ ਕੇ ਧਰੂ ਨੇ ਕੀ ਕੀਤਾ, ਆਪਣਾ ਸ਼ੰਖ ਕੱਢਿਆ ਤੇ ਜੰਗ ਦੀ ਘੋਸ਼ਣਾ ਕੀਤੀ। ਘੋਸ਼ਣਾ ਹੁੰਦੀ ਹੈ, ਉਹਨੇ ਅਨਾਉਂਸ ਕੀਤਾ ਵੀ ਇੱਥੇ ਹੁਣ ਜੰਗ ਹੋਵੇਗਾ। ਉਹਨੇ ਲਲਕਾਰਤਾ, ਕਹਿੰਦੇ ਜੱਛ ਆ ਜਾਓ, ਹੁਣ ਕਰੋ ਜੰਗ ਸਾਡੇ ਨਾਲ। ਇਹ ਆਇਆ ਹੈ ਆਪਣੇ ਭਰਾ ਦਾ ਬਦਲਾ ਲੈਣ ਵਾਸਤੇ।
ਜੋ ਉੱਤਮ ਨੂੰ ਇਹਨਾਂ ਨੇ ਮਾਰਿਆ ਸੀ। ਸੁਨਤ ਜੱਛ ਨਿਕਸੇ ਬਲ ਭਾਰੀ। ਕੀ ਹੋਇਆ, ਉੱਥੋਂ ਜੱਜ ਜਿਹੜੇ ਹਨ ਇਹ ਚੈਲੰਜ ਨੂੰ ਸੁਣ ਕੇ ਉਹ ਵੀ ਬਾਹਰ ਆ ਗਏ ਜੀ, ਸਾਰੇ ਲੜਨ ਵਾਸਤੇ, ਜਿਨ੍ਹਾਂ ਵਿੱਚ ਬਹੁਤ ਬਲ ਹੈ, ਬੜੇ ਤਕੜੇ ਹਨ। ਸ਼ਸਤਰ ਅਸਤਰ ਨਿਜ ਸਰਬ ਸੰਭਾਰੀ। ਉਹਨਾਂ ਨੇ ਆਪਣੇ ਸ਼ਾਸਤਰ ਤੇ ਅਸਤਰ, ਸ਼ਾਸਤਰ ਜਿਹੜੇ ਪਕੜ ਕੇ ਚਲਾਉਂਦੇ ਹਨ, ਅਸਤਰ ਜਿਹੜੇ ਹੱਥਾਂ ਤੋਂ ਛੱਡ ਕੇ ਚਲਾਈ ਜਾਂਦੇ ਹਨ, ਉਹ ਸਾਰੇ ਉਹਨਾਂ ਨੇ ਸੰਭਾਲੇ। ਭਾ ਸੰਗਰਾਮ ਦੋਹਨ ਦਿਸ ਘੋਰਾ। ਬਹੁਤ ਭਾਰਾ ਸੰਗਰਾਮ ਹੋਇਆ, ਬੜਾ ਭਾਰੀ ਜੰਗ ਹੋਇਆ, ਬੈਟਲ ਹੋਈ ਜੀ, ਵਾਹ ਹੋਈ। ਛੂਟੇ ਤੀਛਨ ਬਾਣ ਕਠੋਰਾ। ਛੋਟੇ ਤੀਖਣ ਤਿੱਖੇ ਤਿੱਖੇ ਬਾਣ, ਐਰੋਸ ਜਿਹੜੇ ਹਨ ਉਹ ਜਿਹੜੇ ਹਨ ਛੱਡੇ ਗਏ। ਕਠੋਰ ਮੀਨ ਬਹੁਤ ਫਰਮ ਤੇ ਸਟਰੋਂਗ ਜਿਹੜੇ ਹਨ, ਸੋ ਉਹ ਬਾਣ ਛੱਡੇ ਗਏ ਜੀ ਦੋਨਾਂ ਪਾਸਿਆਂ ਤੋਂ। ਜੱਛ ਜਬੈ ਘਾਇਲ ਕਰ ਡਾਰੇ। ਜੋ ਜੱਜ ਜਿਹੜੇ ਹਨ ਕਾਫੀ ਇਹਨਾਂ ਦਾ ਨੁਕਸਾਨ ਹੋਇਆ। ਫਰਸਟ ਰਾਉਂਡ ਦੇ ਵਿੱਚ ਧਰੂ ਨੇ ਜਿਹੜਾ ਹੈ ਇਹਨਾਂ ਦਾ ਸਫਾਇਆ ਕਰਤਾ, ਸੋ ਇਹ ਕਾਫੀ ਮਾਰੇ ਗਏ ਜੀ ਉਸ ਵੇਲੇ। ਹੱਟੇ ਸਰਪ ਸਮ ਰਿਸ ਔਰ ਧਾਰੇ। ਸੋ ਹਟੇ ਸਰਪ ਸਮ, ਜੋ ਕੀ ਹੋਇਆ ਕਹਿੰਦੇ ਇਹ ਜਿਹੜੇ ਹਨ ਜਦੋਂ ਇਹਨਾਂ ਦੀ ਹਾਰ ਹੁੰਦੀ ਦੇਖੀ ਜੱਛਾਂ ਨੇ, ਇਹ ਪਿੱਛੇ ਹਟ ਗਏ। ਕਹਿੰਦੇ ਕਿਵੇਂ ਹਟੇ? ਹਟੇ ਸਰਪ ਸਮ ਰਿਸ ਔਰ ਧਾਰੇ, ਜਿਵੇਂ ਸੱਪ ਪਿੱਛੇ ਨੂੰ ਹਟਦਾ ਹੁੰਦਾ ਹੈ ਪਰ ਫੰਕੂਰਾ ਮਾਰਦਾ ਹੁੰਦਾ ਹੈ, ਉਹ ਫਿਰ ਵੀ ਆਪਣੇ ਅੰਦਰ ਗੁੱਸਾ ਲੈ ਕੇ ਉਹ ਪਿੱਛੇ ਨੂੰ ਤਾਂ ਜਾਂਦਾ ਹੈ ਪਰ ਗੁੱਸਾ ਬਹੁਤ ਹੁੰਦਾ ਹੈ। ਕਹਿੰਦੇ ਜਿਵੇਂ ਸੱਪ ਕਰਦਾ ਇਸੇ ਤਰ੍ਹਾਂ ਜੱਛਾਂ ਨੇ ਕੀਤਾ, ਗੁੱਸਾ ਬਹੁਤ ਹੈ ਪਰ ਪਿੱਛੇ ਨੂੰ ਹਟ ਗਏ ਕਿਉਂਕਿ ਬਸ ਨਹੀਂ ਚੱਲਦਾ, ਇਹ ਜਿਹੜਾ ਹੈ ਇਹ ਅੱਗੇ ਨਾ ਜਾ ਸਕੇ। ਪੌਰਖ ਧਰੁਵ ਕੋ ਸਹਿ ਨ ਸਕਾਈ। ਸੋ ਪੌਰਖ ਜਿਹੜਾ ਧਰੂ ਦਾ ਜਿਹੜਾ ਬਲ ਸੀ ਨਾ, ਤਾਕਤ ਸੀ ਨਾ, ਉਹ ਸਹਾਰ ਨਾ ਸਕੇ, ਸਾਹਮਣੇ ਨਾ ਖੜ ਸਕੇ। ਭਰੇ ਗਰਭ ਭੂਰੰਗਰ ਜਾਈ। ਕਹਿਣਗੇ ਭਰੇ ਗਰਭ, ਕਹਿਣਗੇ ਉਸ ਵੇਲੇ ਜਿਹੜਾ ਹੈ ਧਰੂ ਨੂੰ ਜਿਹੜਾ ਹੈ ਬੜਾ ਜੋਸ਼ ਚੜਿਆ ਹੋਇਆ ਸੀਗਾ, ਉਹਨੂੰ ਵੀਰ ਰਸ ਚੜਿਆ ਹੋਇਆ ਸੀ, ਇੰਨਾ ਗੁੱਸਾ ਸੀ ਉਹਦੇ ਵਿੱਚ। ਤੇ ਕਹਿੰਦੇ ਉਸ ਵੇਲੇ ਭਰੇ ਗਰਭ, ਗਰਭ ਵਿੱਚ ਪੂਰਾ ਉਹ ਜਿਹੜਾ ਹੈ ਐਨ ਜਿਹੜਾ ਹੈ ਮਾਨੋ ਵੀ ਗੁੱਸੇ ਦਾ ਰੂਪ ਹੀ ਬਣਿਆ ਹੋਇਆ ਹੈ, ਇੰਨਾ ਕ੍ਰੋਧ ਵਿੱਚ ਆਇਆ ਕਿ ਗਰਜਦਾ ਸੀ ਉੱਥੇ ਰਣ ਭੂਮੀ ਵਿੱਚ। ਇੱਕ ਵਾਰ ਮਿਲ ਕਰ ਤਹ ਸਭ ਹੀ। ਉਹ ਜੱਛਾਂ ਨੇ ਕੀ ਕੀਤਾ, ਉਹਨਾਂ ਨੇ ਜਿਹੜਾ ਇਕੱਠੇ ਹੋ ਕੇ ਉਹਨਾਂ ਨੇ ਇੱਕ ਸਕੀਮ ਬਣਾਈ, ਸਟ੍ਰੈਟਜੀ ਬਣਾਈ। ਸਟ੍ਰੈਟਜੀ ਇਹ ਬਣਾਈ ਵੀ ਇਹਨਾਂ ਨੂੰ ਘੇਰ ਲਈਏ ਇੱਕ ਵਾਰੀ। ਹੁਣ ਉਹਨਾਂ ਨੇ ਇਕੱਠੇ ਹੋ ਕੇ ਇੱਕ ਵਾਰੀ ਜਿਹੜਾ ਭਾਰੀ ਜਿਹੜਾ ਹੈ ਹਮਲਾ ਕੀਤਾ। ਬਾਣ ਅਨੇਕ ਵਰ ਖਾਏ ਤਬ ਹੀ। ਤੇ ਉਹਨਾਂ ਨੇ ਅਨੇਕਾਂ ਬਾਣ ਛੱਡੇ, ਅਨੇਕਾਂ ਉਹਨਾਂ ਨੇ ਤੀਰ ਛੱਡੇ ਧਰੂ ਦੀ ਆਮੀ ਤੇ। ਫਰਗ ਪਸੁੰਡੀ ਤੋਮਰ ਸਖਤੀ। ਦੇਖੋ ਉਹ ਜਿਹੜੇ ਹਨ, ਉਹ ਜਿਹੜੇ ਤੀਰ ਹਨ ਉਹ ਵੀ ਬੜੇ ਤਰ੍ਹਾਂ ਦੇ ਹਨ। ਸੋ ਉਹ ਤੀਰਾਂ ਤੋਂ ਇਲਾਵਾ ਕਹਿੰਦੇ ਜਿਹੜੇ ਹਨ ਕੁਹਾੜੇ ਵਰਗੇ ਤੀਰ ਵੀ ਸਨ, ਗੰਡਾਸੇ ਵਰਗੇ ਤੀਰ ਵੀ ਸਨ, ਜਿਹੜਾ ਉਹਨਾਂ ਦੇ ਮੂੰਹ ਹੁੰਦਾ ਉਹ ਤਰ੍ਹਾਂ ਤਰ੍ਹਾਂ ਦੇ ਉਹਨਾਂ ਦੇ ਹੇਠ ਹੁੰਦੇ ਹਨ, ਗੁਰਜ ਵਰਗੇ। ਸੋ ਇਸ ਤਰ੍ਹਾਂ ਦੇ ਕਰਕੇ ਜਿਹੜੇ ਬਰਛੇ ਬਰਛੀਆਂ ਸਾਰੇ ਤਰ੍ਹਾਂ ਦੇ ਜਿਹੜੇ ਹਨ ਉਹਨਾਂ ਨੇ ਜਿਹੜੇ ਹਨ ਬਣਾਏ ਹੋਏ ਸਨ ਇਹ ਤੀਰ, ਉਹਨਾਂ ਨੇ ਛੱਡੇ ਜੀ, ਉਹਨਾਂ ਨੇ ਫਿਰ ਕਸਰ ਨਾ ਛੱਡੀ। ਨਾਨਾ ਸ਼ਸਤਰ ਕਰੈ ਕੋ ਉਕਤੀ। ਫੇਰ ਕੀ ਹੋਇਆ, ਉਸ ਤੋਂ ਬਾਅਦ ਸ਼ਸਤਰ ਲੈ ਕੇ ਆ ਗਏ। ਪਹਿਲਾਂ ਤਾਂ ਅਸਤਰ ਮਾਰੇ, ਫਿਰ ਸ਼ਸਤਰ ਹੱਥ 'ਚ ਪਕੜ ਕੇ ਆ ਗਏ ਜੀ ਸਾਹਮਣੇ। ਛਾਇਓ ਰਥ ਧਰੁਵ ਕੋ ਤਬ ਐਸੇ। ਕਹਿਣ ਲੱਗੇ ਉਹਨਾਂ ਨੇ ਕੀ ਕੀਤਾ, ਅਟੈਕ ਸਿਰਫ ਧਰੂ ਦਾ ਰਥ ਰੱਖਿਆ, ਉਹਦੀ ਚੈਰੀਅਟ ਤੇ ਉਹਨਾਂ ਨੇ ਕਨਸੈਂਟਰੇਟ ਕੀਤਾ, ਫੋਕਸ ਕੀਤਾ, ਸਭ ਕੁਝ ਉੱਥੇ ਹੀ ਮਾਰਿਆ ਵੀ ਧਰੂ ਨੂੰ ਮਾਰਨਾ ਹੈ ਪਹਿਲਾਂ। ਮਹਾਮੇਘ ਘਟ ਸੂਰਜ ਜੈਸੇ। ਦੇਖੋ ਕਹਿੰਦੇ ਜਿਵੇਂ ਸੂਰਜ ਨੂੰ ਆ ਕੇ ਬੱਦਲ, ਕਾਲੇ ਬੱਦਲ ਢੱਕ ਲੈਂਦੇ ਨੇ, ਉਹਨੂੰ ਕਵਰ ਕਰ ਲੈਂਦੇ ਨੇ, ਇਸ ਤਰ੍ਹਾਂ ਕਰਕੇ ਧਰੂ ਤੇ ਹਮਲਾ ਹੋਇਆ। ਇਸ ਤਰ੍ਹਾਂ ਕਰਕੇ ਜੱਜ ਸਾਰੇ ਧਰੂ ਦੇ ਚੈਰੀਅਟ ਤੇ ਪੈ ਗਏ ਜੀ, ਆ ਕੇ ਇਕੱਠੇ ਹੋ ਕੇ। ਜਿਉਂ ਗਿਰ ਪਰ ਬਰਖੈ ਘਨ ਭਾਰੇ। ਕਹਿਣਗੇ ਜਿਉਂ ਗਿਰ ਪਰ, ਜਿਵੇਂ ਪਹਾੜਾਂ ਦੇ ਉੱਤੇ, ਪਹਾੜਾਂ ਦੀਆਂ ਚੋਟੀਆਂ ਦੇ ਉੱਤੇ ਜਦੋਂ ਮੀਂਹ ਪੈਂਦਾ ਹੈ, ਉਹ ਬਹੁਤ ਸਾਰਾ ਮੀਂਹ ਪੈਂਦਾ ਇਕੱਠਾ ਹੋ ਕੇ, ਇੱਕ ਵਾਰੀ ਬਾਰਿਸ਼ ਹੁੰਦੀ ਹੈ, ਤਿਉਂ ਇੱਕ ਬਾਰ ਸ਼ਸਤਰ ਸਭ ਡਾਰੇ। ਇਉਂ ਕਰਕੇ ਕਹਿੰਦੇ ਉਹਨਾਂ ਨੇ ਵੀ ਕਾਲੇ ਬੱਦਲਾਂ ਦੀ ਤਰ੍ਹਾਂ ਆ ਕੇ ਧਰੂ ਰੂਪੀ ਪਹਾੜ ਦੇ ਉੱਤੇ ਇੱਕ ਵਾਰੀ ਉਹਨਾਂ ਨੇ ਕਿ ਹਮਲਾ ਕਰ ਦਿੱਤਾ। ਸੋ ਬਹੁਤ ਜ਼ਿਆਦਾ ਉਹਦੇ ਉੱਤੇ ਜਿਹੜਾ ਹੈ ਉਹ ਘੇਰਿਆ ਗਿਆ, ਉੱਤੋਂ ਉਹਦੇ ਤੇ ਬਹੁਤ ਜ਼ਿਆਦਾ ਜਿਹੜਾ ਤਕੜਾ ਵਾਰ ਹੋਇਆ। ਭਾ ਆਕਾਸ਼ ਮਹਿ ਹਾਹਾਕਾਰਾ। ਸੋ ਆਕਾਸ਼ ਵਿੱਚ ਹਾਹਾਕਾਰ ਮਚ ਗਈ, ਜਿਹੜਾ ਸਵਰਗ ਲੋਕ ਦੇ ਵਿੱਚ। ਨਸਿਓ ਬੰਸ ਮਨ ਐਸ ਵਿਚਾਰਾ। ਉਹਨਾਂ ਨੇ ਸੁਣਿਆ ਕਿ ਮੰਨੂ ਰਾਜੇ ਦੀ ਅੱਜ ਅੰਸ ਮੁੱਕ ਜਾਣੀ ਹੈ, ਅੱਜ ਧਰੂ ਮਰਿਆ, ਅੱਜ ਨਹੀਂ ਬਚੇਗਾ, ਅੱਜ ਇਹਨੇ ਮਾਰਿਆ ਜਾਣਾ ਤੇ ਇਹਦੇ ਜਿਹੜੀ ਪੁਰਾਣੀ ਜਿਹੜੀ ਜਨਰੇਸ਼ਨ ਆਉਂਦੀ ਆ ਮੰਨੂ ਰਾਜੇ ਦੀ, ਇਹ ਖਤਮ ਹੋ ਜਾਣੀ ਹੈ ਦੁਨੀਆ ਤੋਂ ਅੱਜ। ਤੇ ਛਿਨ ਜੱਚ ਸਭੈ ਹਰ ਖਾਏ। ਤੋ ਉਹ ਉਸ ਵੇਲੇ ਜਿਹੜੇ ਜੱਜ ਸਨ ਉਹ ਬੜੇ ਖੁਸ਼ ਹੋਏ ਵੀ ਹੁਣ ਇਹਨੂੰ ਅਸੀਂ ਛੱਡਣਾ ਨਹੀਂ, ਇਹਨੂੰ ਮਾਰੇ ਦੇਣਾ ਹੈ, ਹੁਣ ਨਹੀਂ ਇਹ ਬਚੇਗਾ ਧਰੂ। ਭਰੇ ਗਰਭ ਔਰ ਵੱਡ ਗਰ ਜਾਏ। ਕਹਿਣ ਲੱਗੇ ਉਹ ਹੁਣ ਵੱਡੇ ਹੰਕਾਰ ਵਿੱਚ ਆਏ ਤੇ ਗਰਜਦੇ ਹਨ। ਧਰੁਵ ਰਥ ਅਵਸਰ ਪਾਏ ਬਹੋਰੀ। ਕੀ ਹੋਇਆ, ਧਰੁਵ ਜਿਹੜਾ ਸੀ ਇਹ ਜਿਹੜਾ ਸੀ ਬੜੀ ਫੁਰਤੀ ਦੇ ਨਾਲ, ਬੜੀ ਤੇਜ਼ੀ ਦੇ ਨਾਲ, ਬੜੀ ਹੁਸ਼ਿਆਰੀ ਦੇ ਨਾਲ ਇਹਨੇ ਕੀ ਕੀਤਾ, ਇਹ ਕਹਿੰਦੇ ਅਵਸਰ ਪਾਏ, ਮੌਕਾ ਪਾ ਕੇ ਉਸ ਵੇਲੇ। ਰਵ ਜੋ ਨਿਕਸ ਨਿਹਾਰ ਹੈ ਫੋਰੀ। ਕਹਿਣ ਲੱਗੇ ਇਹਨੇ ਕੀ ਕੀਤਾ, ਉਸ ਵੇਲੇ ਜਿਹੜਾ ਹੈ ਦੇਖਿਆ ਜਦੋਂ ਕੋਈ ਉਹਨਾਂ ਵਿੱਚ ਗੈਪ ਪੈ ਗਈ, ਛੋਟੀ ਜੀ ਗੈਪ ਨੂੰ ਦੇਖ ਕੇ ਇਹਨੇ ਆਪਣੇ ਰੱਥ ਤੋਂ ਛਾਲ ਮਾਰੀ ਤੇ ਉਹ ਗੈਪ ਦੇ ਵਿੱਚ ਦੀ ਨਿਕਲ ਕੇ ਉਹਨਾਂ ਦੇ ਘੇਰੇ ਤੋਂ, ਸਰਾਊਂਡਿੰਗ ਤੋਂ ਬਾਹਰ ਨਿਕਲ ਗਿਆ।
ਧੁਰ ਤਨ ਕਰਮ ਹੈ ਸਰਬਰ ਖਾਏ। ਹਾਂ ਕਹਿਣ ਲੱਗੇ ਤਾਂ ਆਪਣਾ ਸਰੀਰ ਜਿਹੜਾ ਧਸ ਕੇ ਜਿਹੜਾ ਹੈ ਫਿਰ ਉਹਨੇ ਜਿਹੜਾ ਹੈ ਧਨੁਖ ਕਰਮ ਹੈ ਸਰਬਰ ਖਾਏ। ਜਦੋਂ ਥੋੜਾ ਜਿਹਾ ਬਾਹਰ ਹੋਇਆ ਉਹਨੇ ਚੱਕ ਕੇ ਆਪਣਾ ਧਨੁਖ ਕੱਢਿਆ, ਤੀਰਾਂ ਦੇ ਨਾਲ ਉਹਨੇ ਮਾਰਨਾ ਸ਼ੁਰੂ ਕਰਤਾ, ਆਪਣਾ ਰਸਤਾ ਸਾਫ਼ ਕਰ ਲਿਆ। ਪੀੜਤ ਹੋਏ ਸਭ ਸਤਰ ਪਲਾਏ। ਕਹਿਣ ਲੱਗੇ ਵੈਰੀ ਜੱਜ ਜਿਹੜੇ ਹਨ ਜਦੋਂ ਐਸਾ ਹਮਲਾ ਕੱਲੇ ਧਰੂ ਨੇ ਕੀਤਾ ਇਹਨਾਂ ਦੇ ਉੱਤੇ ਤਾਂ ਇਹ ਡਰ ਗਏ, ਇਹਨਾਂ ਨੂੰ ਬੜੀ ਪੀੜਾ ਹੋਈ, ਕਾਫੀ ਜੱਜ ਉੱਥੇ ਮਾਰੇ ਗਏ। ਮਾਰ ਕੇ ਜਿਹੜੇ ਹਨ ਕਈ ਤਾਂ ਫਿਰ ਭੱਜ ਗਏ ਜੀ ਉੱਥੋਂ। ਮਾਨਨ ਸੰਗ ਵਿਦੇ ਤਨ ਤਿਨ ਕੇ। ਕਹਿਣ ਲੱਗੇ ਉਹਨੇ ਤੀਰ ਮਾਰ ਕੇ ਇੰਨੇ ਜੱਜ ਮਾਰ ਕੇ ਉੱਥੇ ਲਟਾਤੇ ਜੀ ਧਰਤੀ ਤੇ। ਭਾਗੇ ਵੱਡੋ ਗਰਭ ਔਰ ਜਿਨ ਕੇ। ਕਹਿਣ ਲੱਗੇ ਜਿਹੜੇ ਬੜੇ ਗਰਜਦੇ ਸਨ, ਹੰਕਾਰੀ ਸਨ, ਉਹ ਡਰਪੋਕਾਂ ਦੀ ਤਰ੍ਹਾਂ ਭੱਜ ਗਏ ਜੀ ਜਦੋਂ ਦੇਖਿਆ ਧਰੂ ਨੇ ਜਿਹੜਾ ਹੈ ਚੱਕ ਕੇ ਆਪਣਾ ਧਨੁਖ ਫੜਿਆ ਹੱਥ ਵਿੱਚ। ਮਾਥੇ ਭੁਜਾ ਚਰਨ ਕੱਟ ਡਾਰੇ। ਦੇਖੋ ਭੱਜਦਿਆਂ ਦੇ ਜਿਹੜੇ ਹਨ ਧਰੂ ਨੇ ਜਿਹੜਾ ਹੈ ਉਹਨਾਂ ਦੇ ਮੱਥੇ ਭੰਨ ਦਿੱਤੇ, ਉਹਨਾਂ ਦੀਆਂ ਬਾਹਾਂ ਤੇ ਮਾਰ ਕੇ ਬਾਹਾਂ ਕੱਟ ਦਿੱਤੀਆਂ, ਜਿਹੜੀਆਂ ਜੰਗਾਂ ਜਿਹੜੀਆਂ ਲੱਤਾਂ ਉਹ ਕੱਟ ਕੇ ਸੁੱਟ ਦਿੱਤੀਆਂ। ਜੋ ਸਨਮੁਖ ਪੇ ਤਤ ਛਿਨ ਮਾਰੇ। ਜੋ ਵੀ ਸਨਮੁਖ ਉਹਨਾਂ ਦੇ ਆਇਆ ਨਾ ਉਹਨੇ ਛੱਡਿਆ ਕੋਈ ਨਹੀਂ ਹੈਗਾ, ਸਾਰਿਆਂ ਨੂੰ ਹੀ ਮਾਰਤਾ ਜੀ ਧਰੂ ਨੇ। ਅਨਗਨ ਜੱਚ ਪਰੇ ਕੱਟ ਧਰਨੀ। ਸੋ ਅਨਗਨ ਕਹਿਣਗੇ ਤਾਂ ਜੱਜ ਜਿਹੜੇ ਹਨ ਧਰਤੀ ਤੇ ਉੱਤੇ ਇੰਨੇ ਪਏ ਹਨ, ਢੇਰਾਂ ਦੇ ਢੇਰ ਲੱਗ ਗਏ ਜੀ ਉਹਨਾਂ ਦੇ ਬੋਡੀਜ਼ ਦੇ, ਉਹਨਾਂ ਦੀ ਮੌਤ ਹੋ ਗਈ ਜੀ ਉਹਨਾਂ ਦੀ। ਬਨ ਕੱਟਨੇ ਸਮ ਉਪਮਾ ਬਰਨੀ। ਦੇਖੋ ਜਿਵੇਂ ਕੋਈ ਜੰਗਲ ਜਾਂ ਕੋਈ ਫੋਰੈਸਟ ਨੂੰ ਕੱਟਦਾ ਹੈ ਨਾ, ਉੱਥੇ ਦਰਖਤ ਡਿੱਗਦੇ ਹਨ, ਕਹਿੰਦੇ ਇਸ ਤਰ੍ਹਾਂ ਜੱਜ ਡਿੱਗਣ ਲੱਗੇ ਜੀ, ਸਾਰੀ ਧਰਤੀ ਭਰ ਗਈ। ਕੰਨ ਅਨੇਕ ਜਿਵ ਪੌਣ ਅਗਾਰੀ। ਜਿਵੇਂ ਕਹਿੰਦੇ ਕੰਨ ਜਿਵੇਂ ਬੱਦਲਾਂ ਦੀ ਜਦ ਬੱਦਲਾਂ ਰੂਪੀ ਫੌਜ ਆਉਂਦੀ ਹੈ, ਕਹਿੰਦੇ ਸਿਵ ਪੌਣ ਅਗਾਰੀ। ਫਿਰ ਕਹਿੰਦੇ ਜਿਵੇਂ ਹਵਾ ਆਉਂਦੀ ਹੈ ਤੇ ਬੱਦਲ ਅੱਗੇ ਅੱਗੇ ਭੱਜਦੇ ਹਨ, ਇਸ ਤਰ੍ਹਾਂ ਕਰਕੇ ਜੱਜ ਭੱਜਣ ਲੱਗੇ ਤੇ ਹਵਾ ਦੀ ਤਰ੍ਹਾਂ ਧਰੂ ਉਹਨਾਂ ਦੇ ਪਿੱਛੇ ਪਿੱਛੇ ਜਾ ਰਿਹਾ ਹੈ। ਤਿਉ ਭਾਗੇ ਪਾਛੇ ਨਾ ਨਿਹਾਰੀ। ਉਹ ਅੱਗੇ ਭੱਜਦੇ ਨਾ, ਜੱਜ ਪਿੱਛੇ ਨੂੰ ਨਹੀਂ ਮੁੜ ਕੇ ਦੇਖਦੇ। ਮਾਇਆ ਆਪਣੀ ਤਬਹ ਪਸਾਰੀ। ਫਿਰ ਕੀ ਕੀਤਾ ਜੀ ਜੱਜਾਂ ਨੇ ਹੁਣ ਆਪਣੀਆਂ ਸੁਪਰ ਨੈਚੁਰਲ ਪਾਵਰਸ ਵਰਤੇ, ਕਿਉਂਕਿ ਜੱਜਾਂ ਕੋਲ ਪਾਵਰ ਹੁੰਦੇ ਹਨ। ਸੋ ਉਹਨਾਂ ਨੇ ਆਪਣੇ ਪਾਵਰ ਵਰਤੇ, ਉਹਨਾਂ ਨੇ ਆਪਣੀ ਮਾਇਆ ਵਰਤਾਈ, ਉਹਨਾਂ ਨੇ ਆਪਣੇ ਪਾਵਰ ਵਰਤ ਕੇ ਕੀ ਕੀਤਾ ਜੀ। ਸਿਲਾ ਕਬੰਦ ਗਿਰਹਿ ਨਭ ਭਾਰੀ। ਦੇਖੋ ਕਹਿੰਦੇ ਸਿਲਾ ਕਬੰਦ ਜਿਹੜੇ ਕਠੋਰ ਜਿਹੜੇ ਹਨ, ਬਹੁਤ ਸੋਲਿਡ ਪੱਥਰ ਹਨ, ਉਹ ਡਿੱਗਣ ਲੱਗੇ ਜੀ ਆਕਾਸ਼ ਵਿੱਚੋਂ। ਜਿਵੇਂ ਪੱਥਰ ਜਿਹੜੇ ਵੱਡੇ ਵੱਡੇ ਆਕਾਸ਼ ਤੋਂ ਜਿਵੇਂ ਮੀਂਹ ਡਿੱਗਦਾ ਉਵੇਂ ਡਿੱਗਣ ਲੱਗੇ ਜਿਹੜਾ ਹੈ, ਇਸ ਤਰ੍ਹਾਂ ਕਰਕੇ। ਵਿਸਤਾ ਮੂਤਰ ਰੁਦਰ ਪੂ ਤਬਹੀ। ਦੇਖੋ ਲਹੂ ਪਾਕ ਪਸਤ ਜਿਹੜੀ ਹੈ ਉਹ ਜਿਹੜੀ ਹੈ ਸਾਰੀ ਆਕਾਸ਼ ਦੇ ਵਿੱਚੋਂ ਗੰਦਗੀ ਨਹੀਂ। ਸੋ ਇਹ ਜਿਹੜਾ ਹੈ ਸਾਰੀ ਵਿਸ਼ਟਾ ਉਤੋਂ ਡਿੱਗਦੀ ਹੈ ਜੀ ਧਰਤੀ ਤੇ ਆ ਕੇ। ਸੋ ਕੌਣ ਉੱਥੇ ਖੜੇਗਾ ਜਿਹਦੇ ਸਿਰ ਤੇ ਆ ਕੇ ਵਿਸ਼ਟਾ ਪੈਂਦੀ ਹੈ, ਲਹੂ ਪੈਂਦਾ ਹੈ। ਸੋ ਇਸ ਤਰ੍ਹਾਂ ਕਰਕੇ ਇਹ ਚੀਜ਼ਾਂ ਦਾ ਉਹਨਾਂ ਨੇ ਮੀਂਹ ਪਾਤਾ ਆਪਣੀ ਸ਼ਕਤੀ ਵਰਤ ਕੇ। ਬਰਖਿਆ ਸ਼ਤਰੂ ਗਗਨ ਤੇ ਸਭ ਹੀ। ਕਹਿਣਗੇ ਬਰਖੇ ਸ਼ਤਰੂ। ਫਿਰ ਕੀ ਹੋਇਆ, ਜੱਛਾਂ ਨੇ ਆਪਣੇ ਵਰਗੇ ਹੋਰ ਬਣਾ ਲਏ, ਉਹ ਆਕਾਸ਼ ਵਿੱਚੋਂ ਡਿੱਗ ਡਿੱਗ ਕੇ ਆਉਂਦੇ ਨੇ ਤੇ ਆ ਕੇ ਫਿਰ ਲੜਨ ਲੱਗ ਜਾਂਦੇ ਹਨ। ਸੋ ਇਸ ਤਰ੍ਹਾਂ ਦਾ ਉਹਨਾਂ ਨੇ ਸ਼ਕਤੀਆਂ ਵਰਤੀਆਂ ਜੀ ਆਪਣੀਆਂ ਪੂਰੀਆਂ। ਸੂਕਰ ਸਿੰਘ ਬਿਆਗਰ ਇਹ ਘੋਰਾ। ਉੱਥੇ ਨਹੀਂ ਗੱਲ ਮੁੱਕੀ, ਉਹਨਾਂ ਨੇ ਸੂਰ ਜਿਹੜੇ ਵਾਈਲਡ ਬੌਸ ਸੀਗੇ ਉਹ ਲਿਆਂਦੇ, ਸ਼ੇਰ ਲਿਆਂਦੇ, ਬਘਿਆੜ ਲਿਆਂਦੇ, ਵੱਡੇ ਵੱਡੇ ਬਘਿਆੜ ਸਾਰੇ ਆਟੋਮੈਟਿਕਲੀ ਆ ਗਏ ਜੀ, ਸਾਹਮਣੇ ਆ ਕੇ ਖੜ ਗਏ। ਸੋ ਸਾਰੀ ਫੌਜ ਵਿੱਚ ਉਹ ਵੀ ਤੁਰੇ ਫਿਰਦੇ ਹਨ ਮਾਰਦੇ। ਪ੍ਰਲੈ ਸਰਸ ਭਾ ਨਾਦ ਕਠੋਰਾ। ਦੇਖੋ ਉੱਥੇ ਇੰਨਾ ਜਿਹੜਾ ਹੈ ਭਿਆਨਕ ਸਾਊਂਡਸ ਹੋ ਰਹੇ ਨੇ, ਜਿਹੜੀਆਂ ਹਨ ਆਵਾਜ਼ਾਂ ਆ ਰਹੀਆਂ ਹਨ ਭਿਆਨਕ, ਜਿਵੇਂ ਕਿ ਡੂਮਸਡੇ ਆ ਗਿਆ। ਜੋ ਧਰੂ ਕੀ ਤੁਝਨੀ ਹੋਇ ਹਾਨੀ। ਜਦੋਂ ਧਰੂ ਦੀ ਸੈਨਾ ਮਰਨ ਲੱਗੀ, ਕਿਉਂਕਿ ਇਹ ਸਾਰੀ ਮਾਇਆ ਜਿਹੜੀ ਉਹਨਾਂ ਨੇ ਵਰਤਾਈ, ਧਰੂ ਦੀ ਫੌਜ ਮਰਨ ਲੱਗੀ ਜੀ, ਬਹੁਤ ਸਾਰਾ ਇਹਨੂੰ ਘਾਟਾ ਪਿਆ। ਤਿਉ ਸੋ ਆਸੁਰੀ ਮਾਇਆ ਠਾਨੀ। ਜੋ ਇਹ ਜਿਹੜੀ ਹੈ ਆਸੁਰੀ, ਇਹ ਦੈਂਤਾਂ ਨੇ ਆਪਣੀ ਮਾਇਆ ਵਰਤਾ ਦਿੱਤੀ ਜੀ ਆ ਕੇ। ਸੋ ਉਹ ਜਿਹੜੇ ਜੱਜ ਨੇ ਉਹਨਾਂ ਨੇ ਆਪਣੇ ਅਸੁਰੀ ਜੇ ਮਤਲਬ ਕਿ ਜਿਹੜੀ ਈਵਲ ਸ਼ਕਤੀਆਂ ਨੂੰ ਵਰਤ ਕੇ ਉਹਨਾਂ ਨੇ ਜਿਹੜਾ ਹੈ ਧਰੂ ਨੂੰ ਹਰਾਇਆ। ਧਰੁਵ ਹਰ ਭਗਤ ਮਹਾਬਲ ਧਾਰਾ। ਪਰ ਕਹਿਣ ਲੱਗੇ ਦੇਖੋ ਧਰੂ ਜਿਹੜਾ ਹੈ ਉਹ ਹਰੀ ਪਰਮਾਤਮਾ ਦਾ ਭਗਤ ਹੈ, ਜੋ ਮਹਾਬਲੀ ਹੈ, ਉਹਦੇ ਵਿੱਚ ਵੀ ਬੜੀ ਤਾਕਤ ਹੈ ਭਗਤੀ ਕਰਨ ਕਰਕੇ। ਨਾਰਾਇਣ ਸਰ ਤਬ ਹੈ ਸੰਭਾਰਾ। ਉਹਨੇ ਕੀ ਕੀਤਾ, ਉਹਦੇ ਕੋਲ ਇੱਕ ਅਸਤਰ ਸੀਗਾ, ਉਹ ਅਸਤਰ ਦਾ ਨਾਂ ਸੀ ਨਾਰਾਇਣ। ਨਾਰਾਇਣ ਇੱਕ ਅਸਤਰ ਉਹਨੇ ਕੱਢਿਆ ਤੇ ਉਹ ਕੱਢ ਕਰਕੇ ਧਰੂ ਨੇ ਫਿਰ ਉਹ ਚਲਾਇਆ ਜੀ ਆਕਾਸ਼ ਵੱਲ। ਕਰ ਮਹਿ ਲੈ ਧਨ ਮਹਿ ਜਬ ਜੋਰਾ। ਤੋ ਜਦੋਂ ਉਹਨੇ ਇੱਕ ਹੱਥ ਵਿੱਚ ਲਿਆ ਤੇ ਆਕਾਸ਼ ਵੱਲ ਜਿਹੜਾ ਹੈ ਉਹਨੇ ਚਲਾਇਆ, ਉਹ ਬਣ ਨਾਸ ਭਈ ਮਾਇਆ ਵੱਡ ਘੋਰਾ। ਕੀ ਹੋਇਆ, ਉਹ ਸਾਰੀ ਮਾਇਆ ਨਾਸ ਹੋ ਗਈ। ਉਹ ਜਿਹੜੇ ਆਏ ਸੀ ਨਾ ਉਹ ਡਿੱਗਦਾ ਸੀਗਾ, ਪੱਥਰ ਡਿੱਗਦੇ ਸਨ, ਸੂਰ ਸਾਰ ਜੇ ਆ ਗਏ ਸਨ, ਜਿਹੜੇ ਹਨ ਸੂਰਮੇ ਜਿਹੜਾ ਉੱਤੋਂ ਡਿੱਗਦੇ ਸਨ ਥੱਲੇ, ਉਹ ਸਾਰਾ ਨਸ਼ਟ ਹੋ ਗਿਆ। ਜਿਵੇਂ ਮੂਵੀ ਨਹੀਂ ਬੰਦ ਕੀਤੀ ਹੁੰਦੀ ਉਵੇਂ ਮੂਵੀ ਬੰਦ ਕਰਤੀ ਜੀ ਉਹਨਾਂ ਦੀ। ਸੋ ਉਹਨਾਂ ਦੀ ਮਾਇਆ ਵਰਤਾਈ ਹੋਈ ਸਾਰੀ ਖਤਮ ਹੋ ਗਈ ਇਮੀਡੀਏਟਲੀ, ਇੰਸਟੈਂਟਲੀ। ਜਬ ਵਹ ਬਾਣ ਕਟਕ ਮਹਿ ਡਾਰਾ। ਸੋ ਜਦੋਂ ਉਹ ਜਿਹੜਾ ਵੈਰੀ ਦੇ ਸੀਨੇ ਤੇ ਜਾ ਕੇ ਜਿਹੜੇ ਹਨ ਵਾਰ ਵੱਜਣ ਲੱਗੇ, ਜਿਹੜੇ ਹਨ ਧਰੂ ਨੇ ਮਾਰੇ ਹੋਏ, ਜਿਨਕ ਬਿਖੈ ਸਗਰੋ ਸੰਘਾਰਾ। ਉਹਨਾਂ ਦਾ ਸੰਘਾਰ ਹੋਣ ਲੱਗ ਗਿਆ ਜੀ। ਹੁਣ ਜੱਜ ਫੇਰ ਮਰਨ ਲੱਗ ਗਏ, ਬੁਰੀ ਤਰ੍ਹਾਂ ਉਹਨਾਂ ਦੀ ਹਾਰ
ਮਾਰ ਹੋ ਗਈ। ਕੱਟੇ ਅੰਗ ਵਿਆਕੁਲ ਹੋਇ ਭਾਗੇ, ਉਹਨਾਂ ਦੇ ਅੰਗ ਕੱਟੇ ਜਾਂਦੇ ਹਨ ਤੇ ਰੋਂਦੇ ਪਿੱਟਦੇ ਭੱਜਦੇ ਹਨ ਪਿੱਛੇ ਨੂੰ। ਸਰਪ ਬ੍ਰਿੰਦ ਜਿਉ ਖਗਪਤ ਆਗੇ, ਜਿਵੇਂ ਸੱਪ ਜਿਹੜਾ ਹਨ ਗਰੁੜਾ ਦੇ ਸਾਹਮਣੇ ਸਾਹਮਣੇ ਭੱਜਦਾ ਹੈ। ਧਰੁਵ ਕੋ ਪਿਤ ਪਿਤ ਨਿਰਪਮਨ ਜੋਈ, ਜਿਵੇਂ ਇਸ ਕਰਕੇ ਜਦੋਂ ਇਹ ਲੜਾਈ ਹੋ ਰਹੀ ਸੀਗੀ, ਧਰੂ ਕਹਿੰਦਾ ਅੱਜ ਮੈਂ ਕੋਈ ਜੱਜ ਛੱਡਣਾ ਨਹੀਂ ਦੁਨੀਆ ਤੇ। ਧਰੂ ਕਹਿੰਦਾ ਸਾਰਿਆਂ ਨੂੰ ਮਾਰ ਦੇਣਾ ਹੈ। ਜਦੋਂ ਐਸੀ ਭਾਵਨਾ ਕੀਤੀ ਤਾਂ ਉਸ ਵੇਲੇ ਕੀ ਹੋਇਆ, ਧਰੂ ਦਾ ਜਿਹੜਾ ਦਾਦਾ ਜੀ ਸੀਗਾ ਮਨੂ ਰਾਜਾ, ਜਿਹੜਾ ਮਨੂ ਰਾਜਾ ਉਹ ਦੁਨੀਆ ਤੇ ਹਜੇ ਨਹੀਂ ਸੀਗਾ, ਉਹ ਤਾਂ ਆਪਣਾ ਸਰੂਗਾ ਹੋ ਗਿਆ, ਕਿਉਂਕਿ ਇਹ ਰਾਜਿਆਂ ਦਾ ਪਤਾ ਨਹੀਂ ਲੱਗਦਾ ਸੀ ਨਾ। ਇਹ ਜੋ ਜੰਗਲਾਂ ਨੂੰ ਚਲੇ ਜਾਂਦੇ ਸਨ, ਭਗਤੀ ਕਰਦੇ ਹੁੰਦੇ ਸਨ, ਤਾਂ ਕਿਸੇ ਨੂੰ ਨਹੀਂ ਪਤਾ ਲੱਗਦਾ ਸੀ ਵੀ ਹੈਗੇ ਜਾਂ ਮਰ ਗਏ। ਪਰ ਇਹ ਮਨੂ ਰਾਜਾ ਬਹੁਤ ਪਹਿਲਾਂ ਸੀ, ਇਹ ਦਾਦਾ ਸੀਗਾ ਪ੍ਰਹਿਲਾਦ ਦਾ। ਜਦੋਂ ਜਿਹੜਾ ਹੈ ਕੀ ਹੋਇਆ, ਉਸ ਵੇਲੇ ਧਰੂ ਦੇ ਕੋਲ ਕਹਿੰਦੇ ਨਿਰਪਮਨ ਜੋਈ, ਕਹਿਣ ਕਿ ਜੋ ਮਨੂ ਰਾਜਾ ਸੀਗਾ ਇਹ ਧਰੂ ਦਾ ਦਾਦਾ ਜੀ ਗ੍ਰੈਂਡਫਾਦਰ, ਦਇਆ ਭਈ ਆਇਓ ਚਲ ਸੋਈ, ਉਹਦੇ ਮਨ ਚ ਦਇਆ ਆ ਗਈ ਮਨੂ ਰਾਜੇ ਦੇ। ਉਹ ਚੱਲ ਕਰਕੇ ਆਇਆ ਆਪਣੇ ਪੋਤਰੇ ਕੋਲ, ਧਰੂ ਕੋਲ ਆਇਆ ਜੀ। ਕਹਿਣ ਲੱਗਾ ਧਰੁਵ ਕੋ ਅਸਬਾਨੀ, ਕਹਿਣ ਲੱਗੇ ਆ ਕੇ ਧਰੂ ਨੂੰ ਕਹਿਣ ਲੱਗਾ, ਸਮਝਾਉਣ ਲੱਗਾ ਉਹਦਾ ਦਾਦਾ ਮਨੂ ਰਾਜਾ, ਬਿਨ ਅਪਰਾਧ ਨਾ ਜਚ ਕਰ ਹਾਨੀ, ਕਹਿਣ ਲੱਗੇ ਹੇ ਪੁੱਤਰ ਤੂੰ ਇਹ ਜਿਹੜੇ ਹਨ ਜੱਛਾਂ ਨੂੰ ਕਿਉਂ ਮਾਰਨ ਲੱਗਿਆ, ਇਹਨਾਂ ਦਾ ਕੀ ਕਸੂਰ ਹੈ, ਕੀ ਇਹਨਾਂ ਨੇ ਐਡਾ ਹੀ ਪਾਪ ਕਰਤਾ ਜਿਹਦੇ ਕਰਕੇ ਤੂੰ ਅੱਜ ਇਹ ਮਨ ਚ ਠਾਣ ਲਿਆ ਤੂੰ ਇਹਨਾਂ ਨੂੰ ਖਤਮ ਕਰ ਦੇਣਾ ਅੱਜ। ਤੂੰ ਹਰ ਭਗਤ ਦਇਆ ਉਰ ਧਾਰ ਹੋ, ਕਹਿਣ ਲੱਗੇ ਮਨੂ ਰਾਜਾ ਸਮਝਾਉਂਦਾ ਹੈ ਧਰੂ ਨੂੰ, ਕਹਿੰਦਾ ਤੂੰ ਹਰੀ ਦਾ ਭਗਤ ਹੈ, ਤੂੰ ਹਰੀ ਪਰਮਾਤਮਾ ਨੂੰ ਪਾਇਆ ਹੈ, ਤੂੰ ਹਰੀ ਪਰਮਾਤਮਾ ਦੀ ਭਗਤੀ ਕੀਤੀ ਹੈ। ਦਇਆ ਮਨ ਉਰ ਧਾਰ ਹੋ, ਕਹਿਣ ਲੱਗੇ ਇਸ ਕਰਕੇ ਦਇਆ ਧਾਰੋ, ਆਪਣੇ ਮਨ ਚ ਦਇਆ ਕਰੋ, ਦਇਆ ਰੱਖੋ ਦੂਜਿਆਂ ਵਾਸਤੇ। ਇਸ ਕਰ ਸ਼ਾਂਤ ਨਾ ਜਛ ਸੰਘਾਰ ਹੋ, ਕਹਿਣ ਲੱਗੇ ਕ੍ਰੋਧ ਨੂੰ ਜਿਹੜਾ ਹੈ ਪਾਸੇ ਕਰੋ, ਕ੍ਰੋਧ ਤੋਂ ਸ਼ਾਂਤ ਹੋ, ਤੇ ਇਹ ਜੱਛਾਂ ਨੂੰ ਬਖਸ਼ਦੇ ਹੁਣ, ਨਾ ਮਾਰ ਇਹਨਾਂ ਨੂੰ। ਏਕ ਭਰਾਤ ਤੇਰੋ ਇਨ ਮਾਰਾ, ਦੇਖੋ ਤੇਰਾ ਭਰਾ ਇੱਕ ਇਹਨਾਂ ਨੇ ਮਾਰਿਆ ਜੱਛਾਂ ਨੇ, ਤੈ ਅਨਗਨ ਬਹੁ ਕਟਕ ਸੰਘਾਰਾ, ਤੂੰ ਤਾਂ ਕਿੰਨੇ ਹੀ ਮਾਰਤੇ ਇਹਨਾਂ ਦੇ। ਉਹਨਾਂ ਨੇ ਤਾਂ ਇੱਕ ਤੇਰਾ ਭਰਾ ਮਾਰਿਆ, ਉਹਦੇ ਬਦਲੇ ਤੂੰ ਕਿੰਨੇ ਜੱਛ ਮਾਰ ਦਿੱਤੇ ਹਨ ਹੁਣ। ਹਾਲ ਬੈਸ ਤੁਮ ਬਿਸਨ ਤੇ ਆਇਓ, ਕਹਿਣ ਲੱਗੇ ਦੇਖ ਧਰੂ ਤੂੰ ਛੋਟੀ ਉਮਰ ਵਿੱਚ 5 ਸਾਲਾਂ ਦੇ ਨੇ ਤੂੰ ਪਰਮੇਸ਼ਰ ਦੀ ਭਗਤੀ ਕੀਤੀ ਹੈ, ਤਹਾ ਗਿਆਨ ਪੂਰਨ ਉਰ ਪਾਇਓ, ਤੂੰ ਪੂਰਨ ਗਿਆਨ ਨੂੰ ਪਾਇਆ ਹੈ। ਆਪ ਉਹ ਪਰਮਾਤਮਾ ਦੇ ਦਰਸ਼ਨ ਕਰਕੇ ਤੈਨੂੰ ਪਰਮੇਸ਼ਰ ਦਾ ਆਤਮ ਗਿਆਨ ਹੋਇਆ ਹੈ। ਆਤਮ ਸਰਬ ਵਿਖੇ ਹੈ ਏਕੂ, ਦੇਖੋ ਆਤਮਾ ਤਾਂ ਸਾਰਿਆਂ ਦੇ ਵਿੱਚ ਇੱਕ ਜੈਸੀ ਹੈ, ਜਿਹੜੀ ਆਪਣੇ ਵਿੱਚ ਉਹੀ ਜੱਛਾਂ ਦੇ ਵਿੱਚ ਹੈ, ਉਹੀ ਪਰਮਾਤਮਾ ਸਾਰਿਆਂ ਵਿੱਚ ਆਤਮਾ ਕਰਕੇ ਵਰਤਦਾ ਹੈ। ਇਸ ਪ੍ਰਕਾਰ ਸੰਭਾਰ ਵਿਵੇਕੂ, ਇਹ ਜਿਹੜਾ ਹੈ ਜਿਹੜਾ ਗਿਆਨ ਹੈ ਇਹਨੂੰ ਸੰਭਾਲ ਆਪਣੇ ਹਿਰਦੇ ਵਿੱਚ, ਇਹਦੀ ਸਮਝ ਰੱਖ ਆਪਣੇ ਮਨ ਦੇ ਵਿੱਚ। ਹੈ ਅਨਚਿਤ ਇਹ ਸਭ ਬਾਤਾਂ, ਇਹ ਅਨਚਿਤ ਇਹ ਤੇਰੇ ਵਾਸਤੇ ਸ਼ੋਭਦਾ ਨਹੀਂ, ਤੂੰ ਹਰੀ ਦਾ ਭਗਤ ਹੈ, ਇਸ ਕਰਕੇ ਇਹ ਜਿਹੜੀ ਲੜਾਈ ਤੇਰੇ ਵਾਸਤੇ ਸ਼ੋਭਾ ਨਹੀਂ ਪਾਉਂਦੀ। ਬਸ ਸੰਗਰਾਮ ਨਾ ਕਰ ਅਬਤਾਤਾ, ਕਹਿਣ ਲੱਗੇ ਹੇ ਪੁੱਤਰ ਹੁਣ ਤੂੰ ਇਹ ਜਿਹੜਾ ਜੰਗ ਕਰਨਾ ਬੰਦ ਕਰ ਦੇ ਹੁਣ ਇੱਥੇ। ਇਸ ਬਿਦ ਦੀਨ ਗਿਆਨ ਮਨ ਰਾਉ, ਇਸ ਕਰਕੇ ਇਸ ਪ੍ਰਕਾਰ ਦਾ ਜਿਹੜਾ ਗਿਆਨ ਆ ਕੇ ਮਨੂ ਰਾਜੇ ਨੇ ਆਪਣੇ ਪੋਤਰੇ ਧਰੂ ਨੂੰ ਦਿੱਤਾ ਆ ਕੇ। ਯੁੱਧ ਕਰਤ ਧਰੁਵ ਕੀਨ ਹਟਾਓ, ਉਸ ਵੇਲੇ ਧਰੂ ਮੰਨ ਗਿਆ। ਉਹਨੇ ਉਸ ਵੇਲੇ ਕੀ ਕੀਤਾ, ਧਰੂ ਨੇ ਜੰਗ ਕਰਨਾ ਬੰਦ ਕਰਤਾ ਆਪਣੇ ਦਾਦਾ ਜੀ ਦੀ ਗੱਲ ਮੰਨ ਕੇ। ਪੁੰਨ ਮਨ ਗਵਨਿਓ ਆਪਨ ਅਵਾਸੂ, ਫਿਰ ਉਹ ਜਿਹੜਾ ਹੈ ਪੁੰਨ ਮੁਨ ਜਿਹੜਾ ਹੈ, ਫਿਰ ਜਿਹੜਾ ਮਨੂ ਰਾਜਾ ਹੈ ਉਹ ਆਪ ਚਲਿਆ ਗਿਆ, ਜਿੱਥੋਂ ਆਇਆ ਸੀ ਉੱਥੇ ਹੀ ਵਾਪਸ ਚਲਿਆ ਗਿਆ ਮਨੂ ਰਾਜਾ। ਤਬ ਧਨ ਪਤ ਆਵਾ ਧਰੁਵ ਪਾਸੂ, ਉਸ ਵੇਲੇ ਧਨ ਪਤ, ਇਹ ਧਨ ਦਾ ਜੋ ਪਤੀ ਹੈ ਕੁਬੇਰ, ਜਿਹਦੇ ਹੇਠ ਸਾਰੀ ਦੁਨੀਆ ਦੀ ਮਾਇਆ ਹੈ। ਸੋ ਇਸ ਕਰਕੇ ਲੋਕ ਕੁਬੇਰ ਦੀ ਬਹੁਤੀ ਪੂਜਾ ਕਰਦੇ, ਜਿਨ੍ਹਾਂ ਨੂੰ ਮਾਇਆ ਦੀ ਲੋੜ ਹੁੰਦੀ ਆ, ਵੈਲਥ ਦੀ ਲੋੜ ਹੁੰਦੀ ਆ, ਉਹ ਕੁਬੇਰ ਨੂੰ ਬਹੁਤਾ ਪੂਜਦੇ ਨੇ। ਇਹ ਜਿਹੜਾ ਹੈ ਵੈਲਥ ਦਾ ਜਿਹੜਾ ਹੈ ਦੇਵਤਾ ਹੈ। ਕਹਿਣਗੇ ਧਨ ਪਤ ਉਸ ਵੇਲੇ ਧਰੂ ਕੋਲ ਆਇਆ ਜੀ ਚੱਲ ਕੇ, ਵਰਣਨ ਕੀਨੋ ਸੁਜਸ ਬਿਸਾਲਾ, ਉਹਨੇ ਆ ਕੇ ਧਰੂ ਦਾ ਬੜਾ ਜਸ ਕੀਤਾ, ਧਰੂ ਨੂੰ ਬੜਾ ਪ੍ਰੇਸ ਕੀਤਾ ਕੁਬੇਰ ਨੇ ਆ ਕੇ। ਧਨ ਧਨ ਹਰ ਭਗਤ ਭਵਾਲਾ, ਕਹਿਣ ਲੱਗੇ ਤੂੰ ਮਨ ਕਰਕੇ ਵੀ ਧਨ ਹੈ, ਤੂੰ ਜਿਹੜਾ ਹੈ ਤਨ ਕਰਕੇ ਸਰੀਰ ਕਰਕੇ ਵੀ ਤੂੰ ਧਨ ਹੈ, ਤੂੰ ਹਰੀ ਦਾ ਭਗਤ ਹੈ ਭੁਵਾਲਾ ਹੈ ਰਾਜਨ। ਕਹਿਓ ਪਿਤਾਮਾ ਕੋ ਤੁਮ ਮਾਨਾ, ਕਹਿਣ ਲੱਗੇ ਬੜਾ ਤੇਰਾ ਸ਼ੁਕਰ ਹੈ ਤੂੰ ਆਪਣੇ ਦਾਦਾ ਜੀ ਮਨੂ ਰਾਜੇ ਦੀ ਗੱਲ ਮੰਨ ਲਈ ਹੈ, ਤੇ ਕ੍ਰੋਧ ਸਕਲ ਬਿਸਰਾਨਾ, ਤੂੰ ਆਪਣੇ ਹਿਰਦੇ ਵਿੱਚੋਂ ਸਾਰਾ ਕ੍ਰੋਧ ਗੁੱਸਾ ਦੂਰ ਕਰਤਾ ਹੈ। ਤੁਮ ਭਰਾਤਾ ਨਹਿ ਜਛ ਸੰਘਾਰਾ, ਦੇ ਕਹਿੰਦਾ ਹੁਣ ਕੁਬੇਰ ਕਹਿੰਦਾ ਤੇਰੇ ਭਰਾ ਨੂੰ ਜੱਛਾਂ ਨੇ ਨਹੀਂ ਮਾਰਿਆ। ਸੋ ਜੱਛਾਂ ਨੇ ਨਹੀਂ ਮਾਰਿਆ, ਦੇਖੋ ਇੱਕ ਗਿਆਨ ਦੀ ਗੱਲ ਇੱਥੇ ਹੋ ਰਹੀ ਹੈ। ਕਹਿੰਦੇ ਤੇਰੇ ਭਰਾ ਨੂੰ ਜੱਛਾਂ ਨੇ ਨਹੀਂ ਮਾਰਿਆ, ਜੱਛ ਨਹੀਂ ਮਾਰਿਆ ਜੀ ਉਹਨਾਂ ਨੇ, ਏਕ ਨਹੀਂ ਜਛ ਤੁਮ ਨੇ ਮਾਰਾ, ਤੇ ਇੱਕ ਵੀ ਜੱਛ ਤੂੰ ਨਹੀਂ ਮਾਰਿਆ। ਭਾਵੇਂ ਕਿੰਨੇ ਮਾਰਤੇ ਸੀ ਉਹ ਜੰਗ ਦੇ ਪਾਉ, ਕਹਿੰਦਾ ਨਾ ਜੱਛਾਂ ਨੇ ਤੇਰਾ ਭਰਾ ਮਾਰਿਆ ਹੈ, ਨਾ ਤੂੰ ਜੱਛ ਮਾਰੇ ਹਨ। ਮਾਰਨ ਕੋ ਕਾਰਨ ਇੱਕ ਕਾਲੂ, ਕਹਿਣ ਲੱਗੇ ਦੇਖੋ ਇਹ ਸਾਰੀ ਮੌਤ ਦਾ ਕਾਰਨ ਸਿਰਫ ਇੱਕੋ ਹੁੰਦਾ ਹੈ, ਉਹ ਹੈ ਕਾਲ। ਕਾਲ ਕੀ ਹੈ? ਕਹਿੰਦਾ ਕਾਲ ਸਮਾਂ, ਉਹ ਸਮਾਂ ਹੀ ਐਸਾ ਹੁੰਦਾ ਹੈ, ਉਹ ਸਮੇਂ ਕਰਕੇ ਹੀ ਉਹ ਕਾਲ ਆਉਂਦਾ ਹੈ।
ਸੋ ਜਿਹੜਾ ਹੈ ਕਾਲ, ਜਿਹੜੀ ਮੌਤ ਹੈ, ਜਦੋਂ ਆਉਣੀ ਹੋਵੇ ਉਹ ਟਾਈਮ ਵੀ ਉਹ ਹੋਵੇ, ਉਹ ਜਿਹੜਾ ਥਾਂ ਜਿੱਥੇ ਮੌਤ ਹੋਣੀ ਉਹ ਵੀ ਥਾਂ ਆ ਜਾਵੇ, ਜਿਹੜੇ ਕਰਕੇ ਮੌਤ ਹੋਣੀ ਆ ਉਹ ਵੀ ਆ ਜਾਵੇ। ਸੋ ਇਹ ਤਿੰਨ ਚੀਜ਼ਾਂ ਜਦੋਂ ਇਕੱਠੀਆਂ ਹੋ ਜਾਂਦੀਆਂ ਹਨ ਤਾਂ ਫਿਰ ਮੌਤ ਹੁੰਦੀ ਹੈ। ਕਹਿੰਦੇ ਦੇਖੋ ਇਹ ਤੇਰਾ ਕਸੂਰ ਨਹੀਂ, ਨਾ ਜੱਛਾ ਨੇ ਤੇਰਾ ਭਰਾ ਮਾਰਿਆ, ਨਾ ਤੂੰ ਜੱਛਾ ਨੂੰ ਮਾਰਿਆ ਕਿਹਨੇ ਆ? ਉਹ ਸਮੇਂ ਨੇ, ਉਹ ਕਾਲ ਨੇ। ਜਦੋਂ ਕਾਲ ਆ ਜਾਂਦਾ ਉਹਨੂੰ ਕੌਣ ਰੋਕ ਸਕਦਾ ਹੈ? ਉਹ ਕਾਲ ਨੇ ਤਾਂ ਆਪਣੇ ਸਮੇਂ ਨਾਲ ਮਾਰਨਾ ਹੀ ਆ। ਇਹ ਤਾਂ ਸਾਰੇ ਬਹਾਨੇ ਹੀ ਬਣਦੇ ਹਨ। ਸੋ ਇਸ ਕਰਕੇ ਲਖਤ ਨਾ ਕੋ ਗਤ ਜਸ ਬਿਸਾਲੂ। ਹਾਂ, ਲਖਤ ਨਾ ਕੋ ਗਤ ਜਸ ਬਿਸਾਲੂ। ਇਸ ਕਰਕੇ ਲਖਤ ਨਾ, ਤੂੰ ਐਸਾ ਨਾ ਜਾਣ, ਇਹ ਗਤ ਜਸ ਬਿਸਾਲੂ, ਇਹ ਜਿਹੜੀ ਹੈ ਇਹ ਗਤ, ਇਹ ਮਰਿਆਦਾ ਉਹ ਪਰਮੇਸ਼ਰ ਦੀ ਆਪਣੀ ਬਣਾਈ ਹੋਈ ਹੈ, ਜਿਹੜੀ ਬਿਸਾਲੂ ਕਿਸੇ ਦੇ ਕੰਟਰੋਲ ਵਿੱਚ ਨਹੀਂ। ਮੌਤ ਨੂੰ ਕੌਣ ਰੋਕ ਸਕਦਾ ਹੈ? ਮੈਂ ਅਰ ਮੋਰ ਤੋਰ ਜੇ ਜਾਣਤ। ਜੇ ਹਜੇ ਆਪਣੇ ਮਨ ਦੇ ਵਿੱਚ ਮੈਂ ਤੇ ਤੂੰ ਹੈ, ਵੀ ਮੈਂ ਵੀ ਹਾਂ ਤੇ ਤੂੰ ਵੀ ਹੈ, ਜੇ ਐਸੀਆਂ ਗੱਲਾਂ ਹੋਣਗੀਆਂ ਮਨ ਦੇ ਵਿੱਚ, ਕੋ ਪੰਡਤ ਅੱਗਿਆ ਪਛਾਨਤ। ਹਾਂ, ਕਹਿੰਦੇ ਕਿ ਪੰਡਤ ਲੋਕ ਇਹਨੂੰ ਅਗਿਆਨਤਾ ਕਹਿੰਦੇ ਨੇ। ਇਹ ਅਗਿਆਨਤਾ ਹੈ। ਜਦੋਂ ਤੱਕ ਮੈਂ ਤੇ ਤੂੰ ਹਜੇ ਆਪਾਂ ਨੂੰ ਦਿਸਦਾ ਹੈ, ਸਮਝੇ, ਜਬ ਹਬ ਹੋਤੇ ਤਬ ਤੂੰ ਹਾਂ ਹੀ, ਅਬ ਤੂੰ ਹੀ ਮੈਂ ਨਾ ਹੀ। ਸੋ ਇਹ ਪ੍ਰਕਾਰ ਕਰਕੇ ਕਹਿੰਦੇ ਇਹ ਮੈਂ ਤੇ ਤੂੰ ਜਦੋਂ ਤੱਕ ਹੋਵੇਗਾ ਉਹਨੂੰ ਅਗਿਆਨਤਾ ਕਿਹਾ ਜਾਂਦਾ, ਉਹਨੂੰ ਇਗਨੋਰੈਂਸ ਕਿਹਾ ਜਾਂਦਾ ਹੈ। ਤੂੰ ਮਤਵਾਨ ਗਿਆਨ ਗੁਣ ਖਾਨੀ। ਕਹਿਣ ਲਗੇ ਹੇ ਧਰੂ, ਤੂੰ ਮਤਵਾਨ ਹੈ, ਤੂੰ ਵੱਡੀ ਮਤ ਵਾਲਾ ਹੈ, ਤੂੰ ਤਾਂ ਗਿਆਨੀ ਹੈ, ਤੇਰੇ ਤੇ ਤਾਂ ਸਾਰੇ ਤੇਰੇ ਵਰਚੂਸ ਤੇਰੇ ਅੰਦਰ ਹਨ। ਬਾਲ ਬੈਸ ਹਰ ਭਗਤ ਕਮਾਨੀ। ਤੂੰ ਤਾਂ ਬਾਲ ਛੋਟੀ ਉਮਰ ਚ ਪਰਮਾਤਮਾ ਦੀ ਭਗਤੀ ਕੀਤੀ ਹੈ। ਤੁਝ ਪਰ ਮੈਂ ਸੋ ਪ੍ਰਸੰਨ ਬਿਸਾਲਾ। ਕਹਿੰਦੇ ਤੇਰੇ ਉੱਤੇ ਮੈਂ ਬੜਾ ਹੀ ਪ੍ਰਸੰਨ ਹਾਂ, ਮੈਂ ਬਹੁਤ ਖੁਸ਼ ਹਾਂ। ਕੁਬੇਰ ਕਹਿੰਦਾ ਮੇਰੀ ਬੜੀ ਪ੍ਰਸੰਨਤਾ ਹੈ ਤੇਰੇ ਉੱਤੇ। ਚਹੋ ਜੋ ਬਰ ਜਾਚੋ ਤਤਕਾਲਾ। ਕਹਿਣਗੇ ਅੱਜ ਤੂੰ ਮੰਗਲਾ ਮੇਰੇ ਤੋਂ ਕੀ ਲੈਣਾ? ਕੁਬੇਰ ਕਹਿੰਦਾ ਧਰੂ ਨੂੰ, ਮੈਂ ਤੈਨੂੰ ਸਭ ਕੁਝ ਦੇਣ ਨੂੰ ਤਿਆਰ ਹਾਂ, ਤੂੰ ਮੰਗਲਾ ਜਿੱਦੋਂ ਮੰਗਣਾ ਹੈ। ਸੁਣ ਬੋਲਿਓ ਧਰੁਵ ਅਬ ਅਸਰੀਤੀ। ਸੋ ਉਸ ਵੇਲੇ ਧਰੂ ਇਹ ਗੱਲ ਕੁਬੇਰ ਦੀ ਸੁਣ ਕੇ ਬੋਲਿਆ ਜੀ, ਸ੍ਰੀ ਹਰ ਚਰਨ ਅਚਲ ਹੋਇ ਪ੍ਰੀਤੀ। ਕਹਿਣ ਲਗੇ ਦੇ ਕੁਬੇਰ, ਮੈਨੂੰ ਤਾਂ ਇੱਕ ਜੇ ਤੂੰ ਵਰ ਦੇਣਾ ਹੈ ਨਾ ਤਾਂ ਇਹੀ ਵਰ ਦੇ ਦੇ ਕਿ ਉਹ ਸ੍ਰੀ ਜੋ ਮਾਇਆ ਦਾ ਪਤੀ ਪਰਮੇਸ਼ਰ, ਸਾਰਿਆਂ ਦਾ ਹਰੇ ਭਰੇ ਕਰਨ ਵਾਲਾ ਹਰੀ, ਉਹਦੇ ਚਰਨਾਂ ਵਿੱਚ ਅਚਲ, ਨਾ ਮੁੜਨ ਵਾਲੀ, ਨਾ ਮੁੱਕਣ ਵਾਲੀ ਮੇਰੀ ਪ੍ਰੀਤੀ ਲੱਗੀ ਰਵੇ। ਹਰ ਸਮੇਂ ਮੈਂ ਪਰਮਾਤਮਾ ਦੇ ਚਰਨਾਂ ਵਿੱਚ ਮੇਰਾ ਪਿਆਰ ਲੱਗਿਆ ਰਵੇ, ਮੇਰੀ ਬਿਰਤੀ ਉਹਨਾਂ ਦੇ ਚਰਨਾਂ ਵਿੱਚ ਫੋਕਸ ਹੋਈ ਰਵੇ। ਸਿੰਧ ਜਗਤ ਜਾਤੇ ਤਰ ਜਾਉ। ਕਹਿਣ ਲੱਗੇ ਸਿੰਧ, ਜਿਹਦੇ ਕਰਕੇ ਮੈਂ ਇਹ ਸੰਸਾਰ ਰੂਪੀ ਸਮੁੰਦਰ ਤੋਂ ਮੈਂ ਤਰ ਜਾਵਾਂ, ਮੈਨੂੰ ਮੁਕਤੀ ਮਿਲ ਜਾਵੇ। ਇਹ ਵਾਰ ਤੁਮ ਤੇ ਮੈਂ ਸੁਭ ਪਾਉ। ਮੈਂ ਇਹ ਵਰ ਤੁਹਾਤੋਂ ਮੰਗਦਾ ਹਾਂ, ਮੈਨੂੰ ਇਹੀ ਵਰ ਦੇ ਦੇ। ਕੁਬੇਰ ਨੂੰ ਕਹਿੰਦੇ ਮੈਨੂੰ ਹੋਰ ਕੁਝ ਨਹੀਂ ਚਾਹੀਦਾ। ਏਵ ਮਸਤ ਕਹਿ ਬਚਨ ਕੁਮੇਰਾ। ਸੋ ਕੁਬੇਰ ਕਹਿੰਦਾ ਏਵ ਮਸਤ, ਕਹਿੰਦਾ ਇਵੇਂ ਵੀ ਹੋਏਗਾ, ਜਿਵੇਂ ਤੂੰ ਕਿਹਾ ਉਵੇਂ ਹੀ ਹੋਏਗਾ। ਕਹਿ ਬਚਨ ਕੁਬੇਰ, ਕੁਬੇਰ ਨੇ ਇਹ ਕਿਹਾ। ਗਮਨਿਓ ਤਬਹਿ ਹੁਤੋ ਜਹ ਡੇਰਾ। ਸੋ ਉਹ ਵਾਪਸ ਕੁਬੇਰ ਚਲ ਗਿਆ ਜਿੱਥੇ ਉਹ ਰਹਿੰਦਾ ਸੀ। ਧਰੁਵ ਆਪਣੇ ਪੁਰ ਕੋ ਚਲ ਆਵਾ। ਤੇ ਧਰੂ ਜਿਹੜਾ ਵਾਪਸ ਆਪਣੇ ਪੁਰੀ, ਆਪਣੇ ਜਿਹੜੇ ਹਨ ਕੰਟਰੀ ਵਿੱਚ ਆ ਗਿਆ। ਜਿਹ ਕੋ ਸੁਰ ਨਰ ਮਹਿ ਜਸ ਛਾਵਾ। ਜਿਹਦਾ ਕਿ ਬਹੁਤ ਹੀ ਜਸ ਧਰੂ ਦਾ ਹੋਇਆ ਦੇਵਤਿਆਂ ਦੀ ਸਭਾ ਦੇ ਵਿੱਚ, ਸਾਰੇ ਕਿਤੇ ਨਰਾਂ ਦੇ ਵਿੱਚ, ਇਨਸਾਨਾਂ ਦੇ ਵਿੱਚ, ਸਾਰੇ ਧਰੂ ਦੀ ਪੂਜਾ ਕਰਿਆ ਕਰਦੇ ਸਨ। ਕੀਨ ਪ੍ਰਿਥੀ ਕੋ ਰਾਜ ਕਨੇਰਾ। ਉਹਨੇ ਰਾਜ ਕੀਤਾ ਜੀ ਇਹ ਪ੍ਰਿਥਵੀ ਤੇ, ਇਹ ਜਿਹੜਾ ਧਰਤੀ ਤੇ ਉਹਨੇ ਰਾਜ ਕੀਤਾ। ਧਰੂ ਨੇ ਬਹੁਤ ਵੱਡਾ ਰਾਜ ਕੀਤਾ। ਕਰਮਖ ਫਲ ਅਰਪਿਓ ਹਰ ਪੈਰਾ। ਦੇਖੋ ਕਰਮਖ, ਉਹ ਯੱਗ ਵੀ ਕਰਦਾ ਰਿਹਾ ਜਿਹਦਾ ਫਲ ਜਿਹੜਾ ਹੈ ਹਰ ਪੈਰਾ। ਜੋ ਪਰਮਾਤਮਾ ਦਾ ਉਹਨੇ ਜਿਹੜਾ ਹੈ ਪਰਮਾਤਮਾ ਵਾਸਤੇ ਉਹਨੇ ਯੱਗ ਕੀਤੇ, ਉਹ ਯੱਗ ਕਰਕੇ ਅਰਪਿਓ ਨਿਸ਼ਕਾਮਤਾ ਨਾਲ ਕੀਤੇ, ਉਹਦਾ ਫਲ ਵੀ ਪਰਮਾਤਮਾ ਨੂੰ ਵੀ ਸੌਂਪ ਦਿੱਤਾ। ਪ੍ਰੇਮ ਭਗਤ ਮਹਿ ਰਹਿਓ ਸਮਾਈ। ਉਹ ਹਮੇਸ਼ਾ ਹੀ ਪ੍ਰੇਮਾ ਭਗਤੀ ਵਿੱਚ ਹੀ ਰੁਚਿਆ ਰਹਿੰਦਾ ਸੀ, ਹਮੇਸ਼ਾ ਉਹ ਭਗਤੀ ਵਿੱਚ ਹੀ ਲੀਨ ਰਹਿੰਦਾ ਸੀਗਾ ਧਰੂ ਜਿਹੜਾ ਸੀ। ਸਰਬ ਸੁਖਨ ਸੋ ਪ੍ਰਜਾ ਬਸਾਈ। ਸਾਰੇ ਸੁੱਖ ਦਿੱਤੇ ਇਹਨੇ ਆਪਣੀ ਪ੍ਰਜਾ ਨੂੰ, ਆਪਣੇ ਸਿਟੀਜ਼ਨਸ ਨੂੰ, ਆਪਣੇ ਰੈਸੀਡੈਂਟਸ ਨੂੰ। ਇਹਨੇ ਬਹੁਤ ਹੀ ਪਿਆਰ ਨਾਲ ਸਾਰੀ ਜਿਹੜੀ ਹਨ ਖਲਕਤ ਨੂੰ ਪਾਲਿਆ, ਸਾਰਿਆਂ ਨੂੰ ਆਪਣੇ ਪੁੱਤਰ ਧੀਆਂ ਕਰਕੇ ਇਹਨੇ ਪਾਲਿਆ, ਸਾਰੇ ਸੁੱਖ ਦਿੱਤੇ ਜੀ ਲੋਕਾਂ ਨੂੰ। 36 ਸਹਿਸ ਬਰਖ ਕਰ ਰਾਜੂ। ਦੇਖੋ ਇਹਦਾ ਰਾਜ ਹੋਇਆ 36,000 ਈਅਰਸ ਵਾਸਤੇ। ਧਰੂ ਨੇ ਜਿਹੜਾ ਹੈ ਸੱਚਾ ਰਾਜ ਕੀਤਾ ਜੀ। ਧਰਮ ਅਰਥ ਕਾਮ ਆਦਿਕ ਸਾਜੂ। ਜਿਹੜਾ ਧਰਮ ਅਰਥ ਕਾਮ ਤੇ ਮੋਕਸ਼ ਹੈ, ਇਹ ਸਾਰੇ ਜਿਹੜਾ ਸਮਾਜ ਸੀਗਾ, ਇਹ ਸਾਰੀਆਂ ਦੁਨੀਆ ਦੀ ਜੋ ਕੋਈ ਬੰਦੇ ਕੋਲ ਜਿਹੜਾ ਹੈ ਇਹ ਚਾਰ ਪਦਾਰਥ ਆ ਜਾਂਦੇ ਹਨ, ਮਤਲਬ ਕਿ ਦੁਨੀਆ ਦਾ ਤੇ ਧਰਮ ਵੱਲੋਂ ਉਹ ਸਾਰਾ ਕੰਪਲੀਟ ਹੋ ਜਾਂਦਾ ਹੈ।
ਦੋ ਦੁਨੀਆ ਦੇ ਇਹ ਪਦਾਰਥ ਉਹਨੂੰ ਮਿਲ ਜਾਂਦੇ ਹਨ ਤੇ ਬਾਕੀ ਕੁਝ ਨਹੀਂ ਰਹਿ ਜਾਂਦਾ ਜਿਹੜਾ ਉਹਦੇ ਕੋਲ ਨਾ ਹੋਵੇ। ਅਨਸਵਰ ਲਖ ਕਰ ਜਗਤ ਬਹੋਰੇ। ਇਸ ਕਰਕੇ ਉਹਨੇ ਫੇਰ ਵੀ ਕਹਿੰਦੇ ਇੰਨਾ ਕੁਝ ਉਹਦੇ ਕੋਲ ਹੁੰਦਿਆਂ ਹੋਇਆਂ ਵੀ ਧਰੂ ਕੋਲ ਉਹਨੇ ਫੇਰ ਵੀ ਇਹ ਜਗਤ ਨੂੰ ਨਾਸਵੰਦ ਜਾਣਿਆ ਵੀ ਇਹ ਜਗਤ ਹਮੇਸ਼ਾ ਰਹਿਣ ਵਾਲਾ ਨਹੀਂ, ਇੱਕ ਦਿਨ ਮੁੱਕ ਜਾਣਾ ਹੈ। ਉਹਨੇ ਐਸਾ ਹੀ ਜਾਣ ਕਰਕੇ ਸੁਪਨ ਸਮਾਨ ਦੀਨ ਸਭ ਢੋਰੀ। ਇਹਨੇ ਸੁਪਨ ਸਮਾਨ ਇਹ ਸਾਰੇ ਪਦਾਰਥਾਂ ਨੂੰ ਇੱਕ ਸੁਪਨੇ ਦੀ ਤਰ੍ਹਾਂ ਜਾਣਿਆ ਵੀ ਜਿਵੇਂ ਸੁਪਨੇ 'ਚ ਆਪਾਂ ਦੇਖਦੇ ਹਾਂ ਆਪਾਂ ਪ੍ਰੀਤ ਨਹੀਂ ਕਰਦੇ ਤੇ ਇਸੇ ਪ੍ਰਕਾਰ ਇਹਨੇ ਸੁਪਨੇ ਦੀ ਤਰ੍ਹਾਂ ਸਾਰੇ ਪਦਾਰਥ ਜਾਣ ਕੇ ਇਹਨਾਂ ਵਿੱਚ ਬਿਲਕੁਲ ਵੀ ਆਪਣੀ ਬਿਰਤੀ ਨਾ ਜੋੜੀ, ਹਮੇਸ਼ਾ ਪਰਮਾਤਮਾ ਦੇ ਵਿੱਚ ਲੀਨ ਰਿਹਾ। ਸੁਤ ਕੋ ਰਾਜ ਸਮਰਪਣ ਕੀਨਾ। ਆਪਣੇ ਪੁੱਤਰ ਨੂੰ ਰਾਜਗਤੀ ਤੇ ਬਿਠਾ ਕੇ ਧਰੂ ਜੀ ਨੇ ਆਪ ਪੰਥ ਕਾਨਨ ਕੋ ਲੀਨਾ। ਆਪ ਉਹ ਰਸਤਾ ਲੈ ਲਿਆ ਜੰਗਲਾਂ ਵੱਲ, ਫੇਰ ਭਗਤੀ ਕਰਨ ਚਲਿਆ ਗਿਆ। ਖੀਨ ਸਨਾਨ ਸੁਰਸਰੀ ਤੀਰਾ। ਕਿ ਇਹਨੇ ਪਹਿਲਾਂ ਜਾ ਕੇ ਸੁਰਸਰੀ ਜੋ ਗੰਗਾ ਹੈ ਉਹ ਨਦੀ ਵਿੱਚ ਜਾ ਕੇ ਇਹਨੇ ਇਸ਼ਨਾਨ ਕੀਤਾ ਧਰੂ ਨੇ। ਬੈਠ ਗਏ ਪੁਣ ਗੁਣੀ ਗਹੀਰਾ। ਬਸ ਫਿਰ ਬਹਿ ਗਿਆ ਜੀ ਉੱਥੇ, ਬਹਿ ਗਿਆ ਉੱਥੇ ਭਗਤੀ ਕਰਨ ਵਾਸਤੇ। ਜੋਗ ਸਮਾਧੀ ਕੀਨ ਪ੍ਰਵੀਨੇ। ਇਹ ਗੁਣੀ ਗਹੀਰਾ ਗੁਣਾ ਦਾ ਖਜ਼ਾਨਾ ਹੈ ਧਰੂ। ਇਸ ਕਰਕੇ ਜੋਗ ਸਮਾਧੀ ਜੋਗ ਜੋ ਜੋਗ ਪਰਮਾਤਮਾ ਨੂੰ ਮਿਲਾਪ ਕਰਨ ਵਾਲੀ ਸਮਾਧੀ ਦੇ ਵਿੱਚ ਇਹਨੇ ਜਿਹੜਾ ਹੈ ਸਿਆਣਾ ਧਰੂ ਬੈਠ ਗਿਆ ਜੀ। ਧਿਆਤਾ ਤੇ ਏਕ ਕਰ ਲੀਨੇ। ਧਿਆਨ ਧਿਆਤਾ ਤੇ ਧੇ ਇਹ ਤਿੰਨ ਚੀਜ਼ਾਂ ਹੁੰਦੀਆਂ ਨੇ। ਸੋ ਧਿਆਤਾ ਧਿਆਉਣ ਵਾਲਾ ਧੇ ਜਿਹਦੇ ਵਿੱਚ ਧਿਆਨ ਜੁੜਿਆ ਹੋਵੇ। ਕਹਿਣਗੇ ਇਸਨੇ ਧਿਆਤਾ ਤੇ ਧਿਆਨ ਧੇ ਨੂੰ ਇੱਕ ਕਰ ਦਿੱਤਾ ਜੀ, ਲੀਨ ਹੋ ਗਿਆ ਪਰਮੇਸ਼ਰ ਵਿੱਚ। ਭਇਓ ਅਭਾਵ ਜਗਤ ਕੋ ਤਬ ਹੀ। ਕਹਿਣਗੇ ਸਾਰਾ ਅਭਾਵ ਹੋ ਗਿਆ ਜਗਤ। ਜਗਤ ਇਹਦੇ ਵਾਸਤੇ ਜਿਵੇਂ ਨੋਨ ਇਨ ਐਗਜ਼ਿਸਟੈਂਸ ਹੈ, ਇਹਨੂੰ ਕੋਈ ਪਰਵਾਹ ਨਹੀਂ ਸੀ ਜਗਤ ਦੀ। ਇੰਨਾ ਇਹਦਾ ਮਿਲਾਪ ਇਹ ਇੱਕਮਿਕ ਹੋ ਗਿਆ ਪਰਮਾਤਮਾ ਵਿੱਚ। ਮਨ ਸੰਕਲਪ ਫੁਰਿਓ ਨਹਿ ਕਬ ਹੀ। ਦੇਖੋ ਇਹਦੇ ਮਨ ਵਿੱਚ ਇੱਕ ਥਾਟ ਵੀ ਨਹੀਂ ਉੱਠਦਾ ਸੀਗਾ, ਇੱਕ ਸਿੰਗਲ ਥਾਟ ਨਹੀਂ ਇਹਦੇ ਮਨ ਚ ਕਿਤੇ ਵੀ ਆਇਆ। ਉਸ ਤੋਂ ਬਾਅਦ ਇਹ ਬਿਦ ਬੀਤ ਗਇਓ ਕੁਛ ਕਾਲੂ। ਇਸ ਪ੍ਰਕਾਰ ਕਰਕੇ ਕੁਝ ਕੁ ਸਮਾਂ ਬੀਤ ਗਿਆ। ਫਿਰ ਪ੍ਰੇਮ ਭਗਤ ਮਹਿ ਮਗਨ ਵਿਸਾਲੂ। ਇਹ ਪ੍ਰੇਮਾ ਭਗਤੀ ਵਿੱਚ ਮਗਨ ਰਿਹਾ ਕਰੇ ਹਰ ਵੇਲੇ। ਵਿਸਾਲੂ ਬਹੁਤ ਵੱਡੀ ਜੋ ਬਹੁਤ ਜ਼ਿਆਦਾ ਮਗਨ ਰਿਹਾ ਕਰੇ। ਨਭ ਤੇ ਤਬ ਵਿਵਾਨ ਇੱਕ ਆਵਾ। ਫਿਰ ਇਹਦਾ ਜਦੋਂ ਸਮਾਂ ਹੋਇਆ, ਇਹਦੇ ਸਵਾਸ ਪੂਰੇ ਹੋਏ ਸਰੀਰ ਦੇ, ਕਹਿੰਦੇ ਆਕਾਸ਼ ਦੇ ਵਿੱਚੋਂ ਇੱਕ ਵਿਮਾਨ ਇੱਕ ਚੈਰੀਅਟ ਆਇਆ ਥੱਲੇ। ਚੌਹਾਂ ਦਿਸ ਪਸਰਿਓ ਜਾਸ ਪ੍ਰਭਾਵਾ। ਕਹਿਣ ਲੱਗੇ ਉਸਦਾ ਜਾਸ ਜਿਹੜਾ ਇਹਦਾ ਜਾਸ ਜਿਹੜਾ ਹੈ ਜਾਂ ਕਹਿੰਦੇ ਉਹਦਾ ਚਾਨਣ, ਇਹਦਾ ਜਿਹੜਾ ਪ੍ਰੇਸ ਚਾਰੇ ਪਾਸੇ ਫੈਲਿਆ ਜਦੋਂ ਇਹ ਸੰਸਾਰ ਨੂੰ ਛੱਡ ਕੇ ਆਪਣੇ ਸਰੀਰ ਦੀ ਉਮਰ ਨੂੰ ਪੂਰੀ ਕਰਕੇ ਅੱਗੇ ਚੱਲਿਆ। ਕਿੰਕਰ ਜਿਹ ਕੋ ਲਗੇ ਅਨੂਪਾ। ਕਹਿਣ ਲੱਗੇ ਉਹ ਜਿਹੜੀ ਸਿਵਕਾ ਹੈ ਜਾਂ ਉਹ ਜਿਹੜੀ ਪਾਲਕੀ ਹੈ ਉਹਨੂੰ ਲਿਆਉਣ ਵਾਲੇ ਬੜੇ ਸੇਵਕ ਸਨ। ਉਹ ਬੜੇ ਸੇਵਕ ਆਏ, ਚੁੱਕ ਕੇ ਲਿਆਏ ਪਾਲਕੀ ਨੂੰ ਲਿਜਾਣ ਵਾਸਤੇ। ਚਾਰ ਭੁਜਾ ਸੁਠ ਸਿਆਮ ਸਰੂਪਾ। ਕਹਿਣ ਲੱਗੇ ਚਾਰ ਭੁਜਾ, ਚਾਰ ਬਾਹਾਂ ਹਨ ਉਹਨਾਂ ਦੀਆਂ, ਸਾਂਵਲਾ ਰੰਗ ਹੈ ਉਸਦਾ। ਮੈਂ ਕਿਸ਼ੋਰ ਸਸ ਬਦਨ ਸੁਹਾਵਤ। ਕਹਿਣ ਲੱਗੇ ਜਿਹੜੀ ਹੈ ਜਿਹੜਾ ਹਨ ਆਯੂ ਜਿਹੜੀ ਹੈ ਜਾਂ ਕੁਮਾਰ ਜਿਹੜੇ ਹਨ ਸਾਰੇ, ਸ਼ਸ਼ ਜਿਹੜਾ ਹਨ ਬਦਨ ਸੁਹਾਵਤ। ਕਹਿਣ ਲੱਗੇ ਉਹਦਾ ਜਿਹੜਾ ਬਦਨ ਬੜਾ ਹੀ ਸੋਹਣਾ ਹੈ। ਉਹਦਾ ਬਦਨ ਜਿਹੜਾ ਹੈ ਐਸਾ ਜਿਵੇਂ ਹਵਾ ਦੀ ਤਰ੍ਹਾਂ ਹੁੰਦਾ ਹੈ, ਪਰ ਹੁੰਦਾ ਜਿਹੜਾ ਕੁਮਾਰ ਕਿ ਬੜਾ ਸੁੰਦਰ। ਉਹਨਾਂ ਦੇ ਜਿਹੜੇ ਸਰੂਪ ਜਿਹੜੇ ਆਏ ਹਨ ਲੈਣ ਵਾਸਤੇ ਉਹਨਾਂ ਦੇ ਬਾਰੇ ਦੱਸਦੇ ਹਨ ਤੇ ਉਹਨਾਂ ਦੇ ਸੀਸ ਤੇ ਜਿਵੇਂ ਹੈ ਲੱਗਿਆ ਹੋਇਆ ਹੈ ਉਹ ਚੰਦਰਮਾ, ਮਤਲਬ ਸ਼ਿਵ ਜੀ ਵੀ ਆਇਆ ਜੀ ਲੈਣ ਵਾਸਤੇ ਇਹਨੂੰ। ਕੁੰਡਲ ਮੁਕਟ ਹਾਰ ਛਬ ਪਾਵਤ। ਤੇ ਵਿਸ਼ਨੂੰ ਵੀ ਆਇਆ ਆਪਣੇ ਕੁੰਡਲ ਪਾ ਕੇ, ਮੁਕਟ ਚੰਗਾ ਮੁਕਟ ਕਰਾਊਨ ਪਾ ਕੇ ਆਏ ਜੀ, ਜੋ ਬੜੀ ਸ਼ੋਭਾ ਪਾਉਂਦੇ ਹਨ। ਨੰਦਾਦਿਕ ਪ੍ਰਭ ਕਿੰਕਰ ਜੈ। ਦੇਖੋ ਨੰਦ ਜਿਹੜੇ ਉਹਦੇ ਜਿਹੜੇ ਸੇਵਕ ਹਨ ਸ਼ਿਵ ਜੀ ਦੇ, ਉਹ ਵੀ ਸਾਰੇ ਆਏ। ਸੋ ਉਹ ਸਾਰੇ ਇਕੱਠੇ ਹੋ ਕੇ ਆਏ ਬੜੇ ਸਤਿਕਾਰ ਨਾਲ ਇਸ ਧਰੂ ਨੂੰ ਲੈਣ ਵਾਸਤੇ। ਧਰੁਵ ਕੇ ਪਦ ਬੰਦਤ ਭੇਸੇ। ਸਾਰਿਆਂ ਨੇ ਆ ਕੇ ਪਹਿਲਾਂ ਮੱਥਾ ਟੇਕਿਆ ਧਰੂ ਨੂੰ। ਕਹਿਣ ਲੱਗੇ ਹੇ ਰਾਜਕੁਮਾਰਾ। ਆ ਕੇ ਬੇਨਤੀ ਕੀਤੀ ਹੱਥ ਜੁੜ ਕੇ, ਹੇ ਰਾਜਕੁਮਾਰ ਜੀ। ਬਾਲ ਬੈਸ ਕੇ ਭਗਤ ਅਪਾਰਾ। ਕਹਿਣ ਲੱਗੇ ਤੁਸੀਂ ਬਾਲ ਬੈਸ ਦੇ ਵਿੱਚ ਭਗਤੀ ਕੀਤੀ ਪਰਮਾਤਮਾ ਦੀ, ਜਿਹੜੀ ਅਪਾਰ ਭਗਤੀ ਸੀ। ਭਵਨ ਪਤ ਤੁਮ ਭਲੇ ਰਿਝਾਏ। ਤਿੰਨੇ ਲੋਕਾਂ ਦਾ ਪਤੀ ਤੁਸੀਂ ਪਰਮੇਸ਼ਰ ਨੂੰ ਰਝਾ ਲਿਆ, ਖੁਸ਼ ਕਰ ਲਿਆ ਆਪਣੀ ਭਗਤੀ ਕਰਕੇ। ਤਾਹੀ ਨੇ ਤੁਝ ਪਾਸ ਪਠਾਏ। ਤਾਹੀ ਨੇ ਉਹੀ ਪਰਮੇਸ਼ਰ ਨੇ ਸਾਨੂੰ ਹੁਕਮ ਕੀਤਾ ਤੇਰੇ ਕੋਲ ਆਉਣ ਵਾਸਤੇ। ਅਬ ਆਗਿਆ ਅਬ ਕਰੋ ਪਿਆਨਾ। ਕਹਿਣ ਲੱਗੇ ਹੁਣ ਆਗਿਆ ਪ੍ਰਭੂ ਦੀ ਆਗਿਆ ਕਰਕੇ ਅਸੀਂ ਆਏ ਹਾਂ ਤੁਹਾਨੂੰ ਲੈਣ ਵਾਸਤੇ। ਇਸ ਕਰਕੇ ਪ੍ਰਭ ਆਗਿਆ ਅਬ ਕਰੋ ਪਿਆਨਾ। ਇਹੀ ਹੁਕਮ ਹੈ ਪਰਮਾਤਮਾ ਦਾ। ਸਮਾਂ ਆ ਗਿਆ, ਤੁਸੀਂ ਆਓ ਚਲੋ ਆਪਣੇ ਸਰੀਰ ਛੱਡੋ ਹੁਣ। ਨਿਰਮਲ ਸੁਖ ਭੋਗ ਹੋ ਬਿਦਨਾਨਾ। ਤੇ ਨਿਰਮਲ ਜਿਹੜੇ ਮੈਲ ਤੋਂ ਰਹਿਤ ਸੁਖ ਹਨ ਉਹਨੂੰ ਭੋਗਣਾ ਕਰੋ ਅਗਾਹ ਜਾ ਕੇ। ਸਭ ਤਰਿਖੇ ਅਭਿਲਾਖਤ ਪਦ ਜਹੈ। ਸੋ ਕਹਿੰਦੇ ਜਿੱਥੇ ਸੱਤ ਰਿਸ਼ੀ ਜਿਹੜੇ ਹੋਏ ਹਨ ਅਭਿਲਾਖਤ, ਜਿਹੜੀ ਕਿ ਉਹ ਪਦਵੀ ਉਹ ਸਟੇਟ ਨੂੰ ਉਹ ਜਿਹੜੀ ਪੋਜੀਸ਼ਨ ਨੂੰ
7 ਰਿਸ਼ੀ ਜਿਹੜੇ ਹਨ ਉਹ ਵੀ ਨਹੀਂ ਪਹੁੰਚ ਸਕੇ, ਜੋ ਬਰਮਾ ਦੇ ਆਪਣੇ ਬਣਾਏ ਹੋਏ ਹਨ, ਉਹਦੇ ਆਪਣੇ ਹਨ, ਕਹਿੰਦੇ ਉਹ ਨਹੀਂ ਉੱਥੇ ਪਹੁੰਚ ਸਕੇ ਜਿੱਥੇ ਤੈਨੂੰ ਥਾਂ ਦਿੱਤਾ ਹੈ। ਜਤਨ ਕਰਹਿ ਪ੍ਰਾਪਤ ਹੋਇ ਨਹਿ ਤੇ ਉਹਨਾਂ ਨੇ ਬੜੇ ਯਤਨ ਕੀਤੇ ਕਿ ਸਾਨੂੰ ਉਹ ਸਥਾਨ ਮਿਲੇ, ਧਰੂ ਜਿਹੜਾ ਤੁਹਾਨੂੰ ਮਿਲਿਆ ਹੈ ਉਹਨਾਂ ਨੂੰ ਵੀ ਨਹੀਂ ਮਿਲਿਆ। ਭਾਨ ਇੰਦ ਗ੍ਰਹਿ ਆਦਿਕ ਸਾਰੇ ਕਹਿਣਗੇ ਜਿੱਥੇ ਸੂਰਜ ਚੰਦਰਮਾ ਦੇਵਤਾ ਜਿਹੜੇ ਹਨ ਜਿਨ੍ਹਾਂ ਦੇ ਘਰ ਹਨ ਸਾਰੇ, ਕਰਹਿ ਪ੍ਰਦਛਨ ਨਿਤ ਹਿਤ ਧਾਰੇ ਉਹ ਸਾਰੇ ਤੇਰੀ ਪਰਿਕਰਮਾ ਕਰਿਆ ਕਰਨਗੇ। ਜਿੱਥੇ ਤੂੰ ਰਹੇਗਾ, ਜਿਹੜੀ ਪਦਵੀ ਤੈਨੂੰ ਦਿੱਤੀ ਹੈ, ਉੱਥੇ ਦੇਵਤੇ ਸਾਰੀ ਤੇਰੀ ਪਰਿਕਰਮਾ ਕਰਿਆ ਕਰਨਗੇ। ਸੂਰਜ ਚੰਦਰਮਾ ਸਾਰੀ ਜਿਹੜੀ ਖਾਲਕਤ ਹੈ ਇਹ ਸਾਰੇ ਤੇਰੇ ਆਲੇ ਦੁਆਲੇ ਹੋਣਗੇ। ਤੋਰ ਪਿਤਾ ਮਾਦਿਕ ਤਪਕਾਰੀ ਸੋ ਤੋਰ ਕਹਿਣਗੇ ਜਿਹੜਾ ਤੇਰਾ ਦਾਦਾ ਜੀ ਸੀਗਾ ਉਹਨੇ ਵੀ ਬੜਾ ਤਪ ਕੀਤਾ ਮਨੂ ਰਾਜੇ ਨੇ। ਕੋਈ ਨਾ ਪਹੁੰਚੋ ਤਹਾਂ ਅਗਾਰੀ ਦੇਖੋ ਮਨੂ ਰਾਜੇ ਨੇ ਕਿੰਨਾ ਤਪ ਕੀਤਾ, ਉਹ ਵੀ ਉੱਥੇ ਤੱਕ ਨਹੀਂ ਪਹੁੰਚ ਸਕਿਆ ਜਿੱਥੇ ਤੱਕ ਤੂੰ ਜਾ ਰਿਹਾ ਹਾਂ। ਇਸ ਵਿਵਾਨ ਪਰ ਚੜੋ ਤੁਰੰਤਾ ਇਸ ਕਰਕੇ ਧਰੂ ਨੂੰ ਕਹਿੰਦੇ ਤੁਸੀਂ ਇਹ ਵਿਵਾਨ ਤੇ ਚੜ ਜਾਓ ਹੁਣ। ਭੋਗੋ ਸੁਖ ਜੋ ਮਹਤ ਅਨੰਤਾ ਭੋਗੋ ਭੋਗਣਾ ਕਰੋ ਉਹ ਸੁਖ ਜੋ ਬਹੁਤ ਹੀ ਵੱਡੇ ਹਨ ਤੇ ਅਨੰਤ ਅਨੰਤ ਹਨ, ਜਿਹੜੇ ਕਿਤੇ ਅੰਤ ਨਹੀਂ ਆਉਂਦਾ। ਤਿਨਕੇ ਬਚਨ ਸੁਨੇ ਧਰੁਵ ਜਬ ਹੀ ਉਹਨਾਂ ਦੇ ਬਚਨ ਜਦੋਂ ਐਸੇ ਸੁਣੇ ਧਰੂ ਜੀ ਨੇ, ਸੁਰ ਸਰ ਮੈਂ ਸਨਾਨ ਕੇ ਤਬ ਹੀ ਉਹਨੇ ਉਸ ਵੇਲੇ ਜਾਣ ਤੋਂ ਪਹਿਲਾਂ ਗੰਗਾ ਦੇ ਵਿੱਚ ਜਾ ਕੇ ਇਸ਼ਨਾਨ ਕੀਤਾ ਧਰੂ ਜੀ ਨੇ। ਸਰਬ ਰਖਿਨ ਕੋ ਬੰਧਨ ਕੀਨੀ ਸਾਰੇ ਰਿਖੀ ਮੁਨੀਆਂ ਨੂੰ ਉਹਨੇ ਜਾ ਕੇ ਬੰਦਨਾ ਕੀਤੀ, ਮੱਥਾ ਟੇਕਿਆ। ਹਰਖਤ ਹੋਇਆ ਸਭ ਆਸ ਖਲੀਨੀ ਸਾਰੇ ਰਿਸ਼ੀਆਂ ਨੇ ਉਸ ਨੂੰ ਜਿਹੜੀ ਹੈ ਉਸ ਨੂੰ ਜਿਹੜਾ ਹੈ ਪਿਆਰ ਦਿੱਤਾ ਤੇ ਅਸੀਸ ਦਿੱਤੀ। ਪੁਨ ਬਿਮਾਨ ਪੂਜਾ ਭਲ ਭਾਂਤੀ ਤੇ ਫਿਰ ਉਹਨਾਂ ਨੇ ਜਿਹੜਾ ਹੈ ਪੁੰਨ ਬਿਮਾਨ ਦੀ ਪੂਜਾ ਕੀਤੀ ਰਿਸ਼ੀਆਂ ਨੇ, ਕਿਉਂਕਿ ਰਿਸ਼ੀਆਂ ਦਾ ਥਾਂ ਥੱਲੇ ਰਹਿ ਗਿਆ ਨਾ, ਇਹ ਜਿਹੜਾ ਹਨ ਧਰੂ ਅੱਗੇ ਹੋਰ ਉੱਤੇ ਜਾ ਰਿਹਾ ਹੈ। ਤੀਨ ਪ੍ਰਦਛਨ ਦੀਨ ਸੁਹਾਤੀ ਕਹਿਣਗੇ 3 ਪ੍ਰਦਛਨ ਇਹਨਾਂ ਦੇ ਕਰਦੇ ਹਨ, 3 ਪਰਿਕਰਮਾ ਕਰਦੇ ਹਨ ਧਰੂ ਦੀਆਂ। ਸਰਬ ਗਣਨ ਕੋ ਬੰਧਨ ਕਰਕੇ ਸਰਬ ਗਣਨ ਜਿਹੜੇ ਗਣ ਹਨ ਉਹਨਾਂ ਨੂੰ ਸਾਰਿਆਂ ਨੇ ਜਿਹੜਾ ਹੈ ਕੋ ਬੰਧਨ ਕਰਕੇ, ਸੋ ਸਾਰਿਆਂ ਨੂੰ ਜਿਹੜਾ ਹੈ ਮਿਲ ਕੇ ਧਰੂ ਨੂੰ ਉਹਨਾਂ ਨੇ ਨਮਸਕਾਰ ਕੀਤੀ ਤੇ ਉਹਨਾਂ ਨੇ ਧਰੂ ਨੂੰ ਨਮਸਕਾਰ ਤੇ ਧਰੂ ਉਹਨਾਂ ਨੂੰ ਨਮਸਕਾਰ ਕਰਦਾ ਹੈ। ਛੜਿਓ ਬਿਮਾਨ ਹਰਖ ਔਰ ਭਰ ਕੇ ਫਿਰ ਜਿਹੜਾ ਹੈ ਆਪਣੇ ਚੈਰੀਅਟ ਜਿਹੜਾ ਆਇਆ ਵਿਮਾਨ ਉਹਦੇ ਤੇ ਚੜ ਗਿਆ ਜੀ ਧਰੂ ਜੀ। ਦੇਵਨ ਬਾਦਤ ਸਰਬ ਵਜਾਏ ਦੇਵਨ ਕਹਿੰਦੇ ਦੇਵਤਿਆਂ ਨੇ ਵਾਜੇ ਵਜਾਏ, ਖੁਸ਼ੀ ਵਿੱਚ ਵੀ ਧਰੂ ਆ ਰਿਹਾ ਹੈ। ਪੁਸ਼ਪਾਂਜਲ ਬਹੁਤੇ ਵਰਖਾਏ ਦੇ ਫੁੱਲਾਂ ਦੇ ਬੁੱਕ ਭਰ ਭਰ ਕੇ ਜਿਹੜੇ ਉਹਨਾਂ ਨੇ ਜਿਹੜੇ ਵਰਸਾਉਣਾ ਕੀਤੇ। ਜੈ ਜੈ ਤੁਨ ਚਾਹੋ ਔਰ ਉਚਾਰੀ ਜੈ ਜੈਕਾਰ ਦੀ ਧੁਨ ਹੋ ਰਹੀ ਆ ਜੀ ਚਾਰੇ ਪਾਸੇ। ਚਲਿਓ ਬਿਮਾਨ ਮਹਾ ਸੁਖਕਾਰੀ ਇਹ ਚਲਿਓ ਬਿਮਾਨ, ਇਹ ਬਿਮਾਨ ਚੱਲ ਰਿਹਾ ਜੋ ਸੁੱਖਾਂ ਦਾ ਕਾਰੀ, ਸੁੱਖ ਨੂੰ ਦੇਣ ਵਾਲਾ ਹੈ। ਸਭ ਹਿੰਦ ਤੇ ਉੱਚੇ ਅਸਥਾਨਾ ਸਾਰਿਆਂ ਤੋਂ ਜਿਹੜਾ ਉੱਚਾ ਅਸਥਾਨ ਹੈ, ਪਹੁੰਚੋ ਚੱਲ ਕਰ ਰੁਚਿਰ ਬਿਮਾਨਾ ਉੱਥੇ ਪਹੁੰਚ ਗਿਆ ਬਿਮਾਨ ਜਾ ਕੇ, ਜਿਹੜਾ ਸਭ ਤੋਂ ਉੱਤਮ ਸਰਵੋਤਮ ਥਾਂ ਹੈ। ਸ੍ਰੀ ਅੰਗਦ ਸੁਣੀਏ ਗੁਣ ਖਾਨੀ ਭਾਈ ਬਾਲਾ ਜੀ ਕਹਿੰਦੇ ਸ੍ਰੀ ਅੰਗਦ ਪਾਤਸ਼ਾਹ ਜੀਓ, ਹੇ ਗੁਣਾ ਦੀ ਖਾਨ, ਸਾਰੇ ਗੁਣਾ ਦੇ ਟ੍ਰੈਸ਼ਰ, ਤੁਸੀਂ ਇਹ ਸਾਡੀ ਬੇਨਤੀ ਨੂੰ ਸੁਣੋ। ਸ੍ਰੀ ਗੁਰ ਭਾਖੀ ਸਰਬ ਕਹਾਣੀ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਇਹ ਸਾਰੀ ਸਾਖੀ ਦੱਸੀ ਹੈ ਜੋ ਭਾਈ ਬਾਲਾ ਕਹਿੰਦਾ ਮੈਂ ਤੁਹਾਨੂੰ ਦੱਸੀ ਹੈ। ਸੁਨ ਮਰਦਾਨਾ ਕਹਿ ਚਿਤ ਚਾਹੀ ਉਸ ਵੇਲੇ ਭਾਈ ਮਰਦਾਨੇ ਨੇ ਚਿੱਤ ਵਿੱਚ ਚਾਹ ਕਰਕੇ, ਚਿੱਤ ਵਿੱਚ ਹੌਸਲਾ ਕਰਕੇ ਇਹ ਗੱਲ ਕਹੀ, ਸ੍ਰੀ ਪ੍ਰਭ ਦਰਸ ਕਰਹਿ ਅਬ ਤਾਹੀ ਹੇ ਪ੍ਰਭੂ ਜੀ ਚਲੋ ਹੁਣ ਆਪਾਂ ਉਹਨਾਂ ਦੇ ਦਰਸ਼ਨ ਕਰੀਏ, ਧਰੂ ਨੂੰ ਜਾ ਕੇ ਮਿਲੀਏ ਤਾਂ ਸਹੀ। ਜਿਹ ਕੋ ਰੁਚਿਰ ਚਰਿਤ ਤੁਮ ਭਾਖਾ ਜਿਹੜਾ ਬਹੁਤ ਸੁੰਦਰ ਤੁਸੀਂ ਜੀਵਨ ਸਾਨੂੰ ਦੱਸਿਆ, ਇੰਨਾ ਸੁੰਦਰ ਜੀਵਨ ਤੁਸੀਂ ਜਿਹੜਾ ਦੱਸਿਆ ਹੈ ਉਹਨੂੰ ਜਾ ਕੇ ਮਿਲਣਾ ਹੈ ਹੁਣ। ਕਹਿ ਕੇ ਦੇਖਣ ਕੀ ਅਭਿਲਾਖਾ ਅੱਜ ਹੁਣ ਸਾਨੂੰ ਧਰੂ ਜੀ ਨੂੰ ਮਿਲਣ ਦੀ ਬੜੀ ਅਭਿਲਾਖਾ, ਬੜੀ ਮਨ ਵਿੱਚ ਚਾਹ ਹੈ। ਸ੍ਰੀ ਗੁਰ ਭਨੈ ਸੁਨੋ ਮਰਦਾਨਾ ਉਸ ਵੇਲੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਸੁਣੋ ਮਰਦਾਨਾ, ਚਲੋ ਦਿਖਾਵੇ ਤੇ ਅਸਥਾਨਾ, ਚੱਲ ਫੇਰ ਤੁਹਾਨੂੰ ਦਿਖਾਈਏ ਹੁਣ ਧਰੂ ਦਾ ਅਸਥਾਨ ਜਿਹੜਾ ਹੈ। ਅਸ ਕਹਿ ਗਮਨ ਕਿਉ ਤਤਕਾਲਾ ਅਸ ਕਹਿ ਇਹ ਕਹਿ ਕਰਕੇ ਜੀ ਅੱਗੇ ਚਲੇ ਗਏ ਹੁਣ। ਧਰੁਵ ਮੰਡਲ ਮਹਿ ਗਏ ਕਿਰਪਾਲਾ ਪਹੁੰਚ ਗਏ ਹਨ ਧਰੂ ਦੇ ਮੰਡਲ ਦੇ ਵਿੱਚ, ਉੱਥੇ ਪਹੁੰਚ ਗਏ ਕਿਰਪਾ ਦੇ ਘਰ ਗੁਰੂ ਨਾਨਕ ਸਾਹਿਬ ਜੀ, ਭਾਈ ਮਰਦਾਨਾ ਤੇ ਭਾਈ ਬਾਲਾ। ਦੋਹਰਾ ਫਿਰਤ ਹੁਤੋ ਧਰੁਵ ਥਾਨ ਨਿਜ ਦੇਖ ਹਮਾਰੀ ਔਰ ਉਸ ਵੇਲੇ ਅਸੀਂ ਕੀ ਦੇਖਿਆ, ਧਰੂ ਉੱਥੇ ਜਿਹੜਾ ਹੈ ਉੱਥੇ ਵਾਕ ਤੇ ਜਾ ਰਿਹਾ ਸੀਗਾ, ਉੱਥੇ ਵਾਕਿੰਗ ਕਰ ਰਿਹਾ ਸੀਗਾ, ਤੁਰ ਰਿਹਾ ਸੀਗਾ। ਕਹਿੰਦਾ ਅਸੀਂ ਦੂਰੋਂ ਦੇਖ ਲਿਆ ਧਰੂ ਨੂੰ ਉੱਥੇ, ਦੇਖ ਹਮਾਰੀ ਔਰ ਉਹਨੇ ਫਿਰ ਸਾਡੇ ਵੱਲ ਦੇਖਿਆ, ਧਰੂ ਨੇ ਹੈਰਾਨ ਜਾ ਹੋ ਕੇ ਸਾਡੇ ਵੱਲ ਦੇਖਦਾ ਹੈ। ਔਰ ਵਿਚਾਰ ਤ੍ਰੈ ਨਰ ਇਹਾ ਆਏ ਕਹਿ ਕੇ ਜੋਰ ਉਹਨੇ ਆਪਣੇ ਮਨ 'ਚ ਵਿਚਾਰ ਕੀਤੀ ਧਰੂ ਨੇ ਵੀ ਇਹ ਜਿਹੜੇ 3 ਬੰਦੇ ਆਏ ਹਨ ਇਹ ਕਿਹੜੇ ਜ਼ੋਰ ਨਾਲ ਆ ਗਏ, ਕਿਹੜੀ ਸ਼ਕਤੀ ਨਾਲ ਮੇਰੇ ਕੋਲ ਪਹੁੰਚ ਗਏ, ਕਿਉਂਕਿ ਮੇਰੇ ਕੋਲ ਤਾਂ ਕੋਈ ਪਹੁੰਚ ਨਹੀਂ ਸਕਦਾ, ਇਹ ਕਿੱਥੋਂ ਆ ਗਏ, ਇਹਨਾਂ ਵਿੱਚ ਕਿਹੜੀ ਸ਼ਕਤੀ ਹੈ ਜਿਹੜੀ ਉਹਨੂੰ ਲੈ ਕੇ ਆਈ ਹੈ ਇੱਥੇ। ਚੌਪੇ ਪਹੁੰਚੇ ਤਹ ਸਮੀਪ ਜਬ ਜਾਏ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਅੱਗੇ ਤੁਰੀ ਗਏ, ਧਰੂ ਦੇ ਕੋਲ ਗਏ ਜੀ, ਭਾਈ ਬਾਲਾ ਤੇ ਮਰਦਾਨਾ ਪਿੱਛੇ ਪਿੱਛੇ ਤੁਰੇ ਜਾਂਦੇ ਹਨ। ਸ੍ਰੀ ਕਰਤਾਰ ਕਰਤਾਰ ਅਲਾਈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਦੋਂ ਧਰੂ ਕੋਲ ਪਹੁੰਚੇ, ਮਹਾਰਾਜ ਨੇ ਸ੍ਰੀ ਕਰਤਾਰ ਅਲਾਈ
ਕਹਿੰਦੇ ਸ੍ਰੀ ਕਰਤਾਰ ਮਹਾਰਾਜ ਨੇ ਐਲਾਨਾ ਕੀਤਾ ਗੁਰੂ ਨਾਨਕ ਸਾਹਿਬ ਜੀ ਨੇ। पूजत ध्रुव कौन तुम आए, ਹੁਣ ਧਰੁਵ ਪੁੱਛਦਾ ਹੈ ਕੌਣ ਤੁਮ ਆਏ, ਤੁਸੀਂ ਕੌਣ ਹੋ, ਕਿੱਥੋਂ ਆਏ ਹੋ। भूचर खेचर किन पहुँचाए, ਕਹਿਣ ਲੱਗੇ ਜਿਹੜਾ ਭੂਚਰ ਮੀਨਸ ਪ੍ਰਿਥਵੀ, ਸੋ ਖੇਚਰ ਮੀਨਸ ਆਕਾਸ਼। ਕਹਿਣ ਲੱਗੇ ਤੁਸੀਂ ਮਨੁੱਖ ਹੋ, ਤੁਸੀਂ ਧਰਤੀ ਤੇ ਫਿਰਨ ਵਾਲੇ ਹੋ, ਇਹ ਆਕਾਸ਼ਾਂ ਵਿੱਚ ਕਿਵੇਂ ਆ ਗਏ ਤੁਸੀਂ, ਇਹ ਤਾਂ ਤੁਹਾਡੀ ਗਮਤਾ ਹੈ ਨਹੀਂ, ਤੁਸੀਂ ਇੱਥੇ ਤੱਕ ਤਾਂ ਪਹੁੰਚ ਨਹੀਂ ਸਕਦੇ। कैसे मार्ग लीन पछाना, ਇਹ ਤੁਸੀਂ ਇਹ ਮਾਰਗ ਨੂੰ ਕਿਵੇਂ ਲੱਭ ਲਿਆ, ਇਹ ਰਸਤੇ ਦੀ ਪਹਿਚਾਣ ਤੁਹਾਨੂੰ ਕਿਵੇਂ ਆ ਗਈ, ਕਿਵੇਂ ਪਤਾ ਲੱਗਿਆ ਤੇ ਕਿਵੇਂ ਆਉਣਾ आज्ञा ਹੈ, कित को कीन पयाना, ਤੇ ਇੱਥੋਂ ਅੱਗੇ ਤੁਸੀਂ ਕਿੱਥੇ ਜਾਣਾ ਹੈ। लिखम पंथ वड क्यों कर ਤੇ आए, ਟੇਢਾ ਜਿਹੜਾ ਦੇਖੋ, ਜਿਹੜਾ ਸੁਮੇਰ ਪਰਬਤ ਲੰਘ ਕੇ ਉਹ ਵੀ ਟੇਢਾ ਰਸਤਾ ਹੈ, ਇੰਨਾ ਰਸਤਾ ਕੱਟ ਕੇ ਕਿਉਂ ਕਰ ਆਏ, ਤੁਸੀਂ ਇੰਨੇ ਔਖੇ ਹੋ ਕੇ ਆਏ ਤੇ ਆਏ ਕਿਉਂ ਹੋ। देवना दानव किन्हू खाए, ਦੇਖੋ ਕਹਿੰਦੇ ਤੁਹਾਨੂੰ ਰਸਤੇ ਵਿੱਚ ਦੇਵਤਿਆਂ ਤੇ ਦੈਂਤਾਂ ਨੇ ਨਹੀਂ ਖਾਦਾ, ਤੁਹਾਨੂੰ ਉਹਨਾਂ ਨੇ ਨਹੀਂ ਮਾਰਿਆ, ਰਸਤੇ ਵਿੱਚ ਤੁਹਾਨੂੰ ਉਹਨਾਂ ਨੇ ਰੋਕਿਆ ਨਹੀਂਗਾ। ਹਾਂਜੀ पूरब भई ना कबहू ऐसे, ਤੇ ਪਵਿੱਤਰ ਹੋ ਕਹਿੰਦਾ ਅੱਗੇ ਤਾਂ ਕੋਈ ਨਹੀਂ ਮੈਨੂੰ ਮਿਲਣ ਵਾਸਤੇ ਆਇਆ, ਵਿਜ਼ਿਟਿੰਗ ਵਾਸਤੇ ਤੁਸੀਂ ਪਹਿਲੇ ਹੀ ਆਏ ਹੋ ਮੇਰੇ ਕੋਲ, ਕੋਈ ਨਹੀਂ ਮੈਨੂੰ ਇੱਥੇ ਮਿਲਣ ਵਾਸਤੇ ਆਇਆ ਜੀ, ਪਹੁੰਚਿਆ ਹੀ ਨਹੀਂ ਕੋਈ ਇੱਥੋਂ ਤੱਕ। देह सहत आए जब जैसे, ਤੇ ਕਹਿੰਦੇ ਆਏ ਵੀ ਤੁਸੀਂ ਦੇਹ ਦੇ ਨਾਲ, ਸਰੀਰ ਦੇ ਨਾਲ ਆ ਗਏ, ਆਪਣੀ ਬਾਡੀ ਲੈ ਕੇ ਇੱਥੇ ਪਹੁੰਚ ਗਏ ਹੋ। लिखम पहाड़ उलंगे सारे, ਸਾਰੇ ਜਿਹੜੇ ਹਨ ਟੇਢੇ ਉੱਚੇ ਪਹਾੜ ਕਠਨ ਚੜਨ ਵਾਸਤੇ ਉਹ ਪਹਾੜਾਂ ਤੋਂ ਲੰਘ ਕਰਕੇ ਤੁਸੀਂ ਸਾਡੇ ਕੋਲ ਪਹੁੰਚੇ ਹੋ। यो सुन श्री गुर बचन उचारे, ਇਹ ਗੱਲ ਜਿਹੜੀ ਧਰੂ ਦੇ ਸੁਣ ਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਹਾ, दोहरा सतनाम करता पुरख कीन भगत तेह जोर, ਕਹਿਣਗੇ ਜੋ ਸਤ ਨਾਮ ਹੈ, ਸੱਚਾ ਨਾਮ ਹੈ, ਕਰਤਾ ਪੁਰਖ, ਜੋ ਉਹ ਕਰਤਾ ਹੈ, ਜੋ ਪੁਰਖ ਪੁਰੀਆਂ ਨੂੰ ਰੱਖਣ ਵਾਲਾ ਪਰਮੇਸ਼ਰ, ਉਹਦੀ ਅਸੀਂ ਭਗਤੀ ਕੀਤੀ। ਤੇ ਕਹਿੰਦੇ ਕਹਤੇ ਜੋਰ ਕਰਕੇ ਉਸਦੀ ਭਗਤੀ ਅਸੀਂ ਕੀਤੀ। मार्ग भले पछान कै आए तुमरी ओर, ਤੇ ਮਾਰਗ ਚੰਗਾ ਮਾਰਗ ਲੱਭ ਕੇ ਪਛਾਣ ਕੇ ਤੇਰੇ ਕੋਲ ਪਹੁੰਚੇ ਹਾਂ ਅਸੀਂ ਤਿੰਨੇ। चौपे धरियो ध्यान जब श्री करतारा, ਦੇਖੋ ਹੁਣ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇੱਥੇ ਦੱਸਿਆ ਕਿ ਉਹ ਸਤਨਾਮ ਜੋ ਕਰਤਾ ਪੁਰਖ ਪਰਮੇਸ਼ਰ ਹੈ, ਕਹਿਣਗੇ ਉਹਨਾਂ ਦੀ ਭਗਤੀ ਦਾ ਜ਼ੋਰ ਸੀਗਾ ਜਿਹਦੇ ਕਰਕੇ ਅਸੀਂ ਤੇਰੇ ਕੋਲ ਪਹੁੰਚ ਗਏ। ਤੇ ਦੂਜੀ ਗੱਲ ਆ ਮਾਰਗ ਭਲੇ ਪਛਾਣ ਕੇ ਕਹੇ ਆਏ ਤੁਮਾਰੀ ਔਰ, ਕਹਿਣਗੇ ਉਹ ਮਾਰਗ ਨੂੰ ਦੱਸਣ ਵਾਲਾ ਵੀ ਪਰਮੇਸ਼ਰ ਹੀ ਹੈ, ਪਰਮੇਸ਼ਰ ਨੇ ਰਸਤਾ ਦੱਸਿਆ, ਮਾਰਗ ਭਲੇ ਪਛਾਣ ਕੇ ਉਹਨਾਂ ਪਰਮੇਸ਼ਰ ਦਾ ਦੱਸਿਆ ਹੋਇਆ ਰਸਤਾ ਪਛਾਣ ਕੇ ਅਸੀਂ ਤੇਰੇ ਕੋਲ ਪਹੁੰਚ ਗਏ ਹਾਂ। ਧਰਿਓ ਧਿਆਨ ਜਬ ਸ੍ਰੀ ਕਰਤਾਰਾ, ਕਹਿਣ ਲੱਗੇ ਜਦੋਂ ਉਸਨੇ ਧਰੂ ਨੇ ਜਿਹੜਾ ਹੈ ਧਿਆਨ ਧਾਰਿਆ, ਜਾਂ ਇਵੇਂ ਕਹਿ ਲਿਆ ਧਰਿਓ ਧਿਆਨ, ਕਹਿਣ ਲੱਗੇ ਜੋ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਜਦੋਂ ਅਸੀਂ ਉਸ ਪਰਮੇਸ਼ਰ ਦਾ ਧਿਆਨ ਧਾਰਨਾ ਕੀਤਾ, ਸਭ ਹੀ ਮਾਰਗ ਭਇਓ ਸੁਖਾਰਾ, ਸਾਰੇ ਮਾਰਗ ਸੌਖੇ ਹੋ ਗਏ। ਜਿਹੜਾ ਤੂੰ ਕਹਿੰਦਾ ਕਠਨ ਮਾਰਗ ਹੈ ਉਹ ਵੀ ਸੌਖਾ ਹੋ ਗਿਆ ਜਦੋਂ ਸਾਡਾ ਧਿਆਨ ਸ੍ਰੀ ਕਰਤਾਰ ਪਰਮੇਸ਼ਰ ਵਿੱਚ ਲੱਗਿਆ। ਨਿਰੰਕਾਰ ਕੇ ਦਰਸ਼ਨ ਆਏ, ਅਸੀਂ ਇੱਥੇ ਨਿਰੰਕਾਰ ਦੇ ਦਰਸ਼ਨ ਕਰਨ ਵਾਸਤੇ ਆਏ। ਤੇ ਉਹ ਕਹਿੰਦਾ ਸੀ ਨਾ ਵੀ ਅਗਾਂਹ ਇੱਥੋਂ ਬਾਅਦ ਤੁਸੀਂ ਕਿੱਥੇ ਜਾਣਾ ਹੈ। ਮਹਾਰਾਜ ਕਹਿੰਦੇ ਗੁਰੂ ਨਾਨਕ ਸਾਹਿਬ ਜੀ ਅਸੀਂ ਪਰਮਾਤਮਾ ਨਿਰੰਕਾਰ ਦੇ ਦਰਸ਼ਨ ਕਰਨ ਵਾਸਤੇ ਆਏ ਹਾਂ। ਦਾਨਵ ਦੇਵ ਚਰਨ ਕੋ ਲਾਏ, ਕਹਿਣਗੇ ਦਾਨਵ ਦੇਵ ਜਿਹੜਾ ਪਰਮੇਸ਼ਰ ਦਾਨਵ ਤੇ ਦੇਵਤਿਆਂ ਨੂੰ ਆਪਣੀ ਚਰਨੀ ਲਾਉਂਦਾ ਹੈ, ਜਿਹੜੇ ਉਹਨਾਂ ਦੇ ਚਰਨਾਂ ਦੇ ਸੇਵਕ ਹੁੰਦੇ ਨੇ ਦੇਵਤੇ ਤੇ ਦੈਂਤ, ਕਹਿੰਦੇ ਉਹਨਾਂ ਦੇ ਉਹ ਕਰਤਾਰ ਕੋਲ ਆਏ ਹਾਂ। ਜਾਂ ਇਹਦਾ ਦੂਜਾ ਅਰਥ ਇਹ ਵੀ ਹੈ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਦਾਨਵ ਤੇ ਦੇਵਤੇ ਤੇ ਦੈਂਤਾਂ ਨੂੰ ਅਸੀਂ ਆਪਣੇ ਚਰਨਾਂ ਨਾਲ ਲਾਉਣ ਵਾਸਤੇ ਆਏ ਹਾਂ। ਦਰਸ਼ਨ ਕੀ ਅਭਿਲਾਖ ਹਮਾਰਾ, ਸਾਡੇ ਅਭਿਲਾਖਾ ਸੀ ਤੁਹਾਨੂੰ ਮਿਲਣ ਦੇ, ਦਰਸ਼ਨ ਕਰਨ ਦੇ। ਮਰ ਦੀਜੈ ਜਿਉ ਬੇਗ ਨਿਹਾਰੈ, ਕਹਿਣ ਲੱਗੇ ਦੇਖੋ ਗੁਰੂ ਨਾਨਕ ਸਾਹਿਬ ਮਹਾਰਾਜ ਕਿੰਨੀ ਨਿਮਰਤਾ ਵਿੱਚ ਹਨ। ਕਹਿੰਦੇ ਚੰਗਾ ਫਿਰ ਤੂੰ ਵੀ ਵਰ ਦੇ ਜੋ ਬੇਗ ਨਿਹਾਰੇ, ਜਿਹੜੇ ਪਰਮਾਤਮਾ ਨੂੰ ਅਸੀਂ ਦੇਖਣ ਵਾਸਤੇ ਛੱਤੀ ਦੇਖ ਲਈਏ, ਤੂੰ ਵੀ ਕਰਦੇ ਕਿਰਪਾ ਹੁਣ। ਬਾਲ ਬੈਸ ਤੇ ਭਗਤ ਸਪੂਰਨ, ਤੂੰ ਪੂਰੀ ਭਗਤੀ ਕੀਤੀ, ਸੰਪੂਰਨ ਭਗਤੀ ਕੀਤੀ ਆਪਣੀ ਛੋਟੇ ਉਮਰ ਦੇ ਵਿੱਚ। ਮਹਿਮਾ ਅਧਿਕ ਤੌਰ ਗੁਣ ਰੂਰਨ, ਕਹਿਣ ਲੱਗੇ ਤੇਰੀ ਜਿਹੜੀ ਹਨ ਤੇਰੀ ਮਹਿਮਾ ਤੇਰੀ ਪ੍ਰੇਸ ਜਿਹੜੀ ਹੈ ਬਹੁਤ ਵੱਡੀ ਹੈ। ਤੋਰ ਗੁਣ ਰੂਰਨ, ਤੇਰੇ ਜਿਹੜੇ ਹਨ ਤੇਰੇ ਗੁਣ ਵੀ ਬੜੇ ਸੁੰਦਰ ਹਨ, ਤੂੰ ਬੜੇ ਚੰਗੇ ਗੁਣਾ ਵਾਲਾ ਹੈ। ਜਾਨੋ ਨਾਨਕ ਨਾਮ ਹਮਾਰਾ, ਗੁਰੂ ਨਾਨਕ ਸਾਹਿਬ ਜੀ ਨੇ ਹੁਣ ਦੱਸਿਆ, ਕਹਿੰਦੇ ਜਾਨੋ ਨਾਨਕ ਨਾਮ ਹਮਾਰਾ, ਸਾਡਾ ਨਾਮ ਹੈ ਨਾਨਕ। ਦਰਸ਼ਨ ਭਗਤਨ ਕੋ ਸੁਖ ਸਾਰਾ, ਸਾਨੂੰ ਭਗਤਾਂ ਦੇ ਦਰਸ਼ਨ ਕਰਕੇ ਬੜਾ ਸੁੱਖ ਮਿਲਦਾ ਹੈ। ਅਸੀਂ ਭਗਤਾਂ ਦੇ ਦਰਸ਼ਨ ਕਰਕੇ ਬੜੇ ਖੁਸ਼ ਹੁੰਦੇ ਹਾਂ, ਤੇ ਉਹੀ ਹੈ ਸੁੱਖ ਜਿਹੜਾ ਅਸੀਂ ਹਮੇਸ਼ਾ ਮੰਗਦੇ ਹਾਂ ਵੀ ਜਿਹੜੇ ਪ੍ਰਮਾਤਮਾ ਦੇ ਭਗਤਾਂ ਦੇ ਦਰਸ਼ਨ ਹੋਣ। ਧਰੁਵ ਨੇ ਸੁਣਿਓ ਨਾਮ ਅਸ ਜਬ ਹੀ, ਜਦੋਂ ਧਰੂ ਨੇ ਸੁਣਿਆ ਨਾਨਕ, ਜਦੋਂ ਇਹ ਸ਼ਬਦ ਸੁਣਿਆ ਧਰੂ ਨੇ ਉਸ ਵੇਲੇ ਨਮੋ ਦੀਨੀ ਕਰ ਜੋਰੇ ਤਬ ਹੀ, ਉਹ ਤਾਂ ਉਦੋਂ ਹੀ ਢਹਿ ਪਿਆ ਜੀ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ।
ਚਰਨਾਂ ਤੇ ਟਹਿ ਕੇ ਧਰੂ ਨੇ ਮੱਥੇ ਟੇਕੇ ਜੀ, ਮਹਾਰਾਜ ਦੇ ਚਰਨ ਪਕੜ ਲਏ। ਕਹਿਣ ਲੱਗਿਓ ਪੂਰਬ ਸੁਧ ਪਾਈ, ਕਹਿਣ ਲੱਗੇ ਮੈਨੂੰ ਪਹਿਲਾਂ ਇਹ ਗੱਲ ਦਾ ਪਤਾ ਲੱਗਿਆ ਸੀ ਧਰਾ ਅਵਤਾਰ ਪ੍ਰਭੂ ਧਰ ਜਾਈ। ਵੀ ਪ੍ਰਭੂ ਪਰਮਾਤਮਾ ਪਾਰ ਬ੍ਰਹਮ ਪਰਮੇਸ਼ਰ ਨੇ ਅਵਤਾਰ ਧਾਰ ਕੇ ਸਰੀਰ ਵਿੱਚ ਜਿਹੜਾ ਹੈ ਗੁਰੂ ਨਾਨਕ ਬਣ ਕੇ ਉਹ ਧਰਤੀ ਤੇ ਪਹੁੰਚਿਆ ਹੈ। ਹੁਣ ਉਹ ਧਰਤੀ ਨੂੰ ਨਿਹਾਲ ਕਰ ਰਿਹਾ ਹੈ, ਤਾਰਿਆ ਹੈ। ਆਨ ਨਿਕਟ ਮੁਝ ਦਰਸ਼ਨ ਦੀਨੰ, ਕਹਿਣ ਲੱਗੇ ਹੁਣ ਇੰਨੀ ਕਿਰਪਾ ਮੇਰੇ ਤੇ ਕੀਤੀ। ਧਰੂ ਕਹਿੰਦਾ ਮੇਰੇ ਕੋਲ ਆ ਕੇ ਮੈਨੂੰ ਦਰਸ਼ਨ ਦਿੱਤੇ ਹਨ। ਉਹ ਪਰਮੇਸ਼ਰ ਤੁਸੀਂ ਆਪ ਚੱਲ ਕੇ ਮੇਰੇ ਕੋਲ ਆਏ ਹੋ ਦਰਸ਼ਨ ਦੇਣ ਵਾਸਤੇ। ਲੋਚਨ ਗੋਚਰ ਸਫਲੀ ਕੀਨੰ, ਕਹਿਣ ਲੱਗੇ ਮੇਰਾ ਲੋਚਨ ਗੋਚਰ, ਮੇਰੇ ਨੇਤਰਾਂ ਦੀ ਜਿਹੜੀ ਦ੍ਰਿਸ਼ਟੀ ਹੈ ਤੁਸੀਂ ਸਫਲ ਕਰ ਦਿੱਤੀ, ਮੇਰੀਆਂ ਅੱਖਾਂ ਸਫਲ ਹੋ ਗਈਆਂ ਹੁਣ। ਸ੍ਰੀ ਅੰਗਦ ਜੀ ਸੁਨ ਸੁਖ ਰਾਸੂ, ਸੋ ਇਸ ਕਰਕੇ ਗੁਰੂ ਅੰਗਦ ਦੇਵ ਜੀ ਸੱਚੇ ਪਾਤਸ਼ਾਹ ਜੀ ਭਾਈ ਬਾਲਾ ਜੀ ਕਹਿੰਦੇ ਹੇ ਸੁੱਖਾਂ ਦੇ ਰਾਸ ਇਹ ਕਥਾ ਸੁਣੋ। ਯੋ ਹਰਖਤ ਕਿਆ ਬਚਨ ਬਿਲਾਸੂ, ਜੋ ਹਰਕਤ ਕਹਿੰਦੇ ਧਰੂ ਤੇ ਗੁਰੂ ਨਾਨਕ ਸਾਹਿਬ ਵਿੱਚ ਬੜੇ ਜਿਹੜੇ ਹਨ ਆਨੰਦ ਵਿੱਚ ਉਹਨਾਂ ਦੇ ਬਚਨ ਬਿਲਾਸ ਹੋਏ, ਬੜੀ ਖੁਸ਼ੀ ਨਾਲ ਉਹਨਾਂ ਨੇ ਇੱਕ ਦੂਜੇ ਨਾਲ ਗੱਲਾਂ ਬਾਤਾਂ ਕੀਤੀਆਂ। ਕਿਤਕ ਕਾਲ ਬੈਠੇ ਜਗ ਸੁਆਮੀ, ਕਿਤਕ ਕਾਲ ਕੁਝ ਕੁ ਸਮੇਂ ਤੱਕ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਧਰੂ ਕੋਲ ਬੈਠੇ ਰਹੇ। ਇਹ ਪਦ ਕਵੀ ਨਾਮਮ ਨਮਾਮੀ, ਇਹ ਜਿਹੜਾ ਹਨ ਪ੍ਰਸੰਗ ਦੀ ਸਮਾਪਤੀ ਵਾਲੀ ਲਾਈਨ ਦੇ ਵਿੱਚ ਅਖੀਰਲਾ ਸ਼ਬਦ ਹੈ। ਕਵੀ ਸੰਤੋਖ ਸਿੰਘ ਜੀ ਕਹਿੰਦੇ ਹਨ ਇਹ ਪਦ ਉਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਨੂੰ ਕਵੀ ਸੰਤੋਖ ਸਿੰਘ ਜੀ ਕਹਿੰਦਾ ਹੈ ਮੈਂ ਵੀ ਉਹਨਾਂ ਨੂੰ ਨਮਸਕਾਰ ਆਪਣੇ ਮਨ ਨਾਲ ਆਪਣੇ ਤਨ ਦੇ ਨਾਲ ਕਰਦਾ ਹਾਂ। ਐਸੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਤੇ, ਜਿਨ੍ਹਾਂ ਦੇ ਚਰਨਾਂ ਤੇ ਧਰੂ ਵਰਗੇ ਭਗਤ ਵੀ ਜਿਹੜੇ ਹਨ ਪਏ ਹਨ, ਜਿਨ੍ਹਾਂ ਨੇ ਸਾਰੇ ਹੀ ਦੈਂਤ ਦੇਵਤਿਆਂ ਨੂੰ ਜਿਹੜਾ ਹੈ ਆਪਣੀ ਚਰਨੀ ਲਾਇਆ, ਐਸੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਮੇਰੀ ਵੀ ਨਮਸਕਾਰ ਹੈ। ਕਿਤਕ ਕਾਲ ਬੈਠੇ ਜਗ ਸੁਆਮੀ, ਤਹਿ ਪਦ ਕਵੇ ਨਮਾਮ ਨਮਾਮੀ। ਇਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਪੂਰਬਾਰ ਦੇ ਧਰੁਵ ਪ੍ਰਸੰਗ ਵਰਣਨ ਨਾਮ 72ਵਾਂ ਅਧਿਆਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।